ਦੁਨੀਆ ਭਰ ਵਿੱਚ ਪੰਜਾਬੀ ਬੋਲਣ ਸਮਝਣ ਵਾਲਿਆਂ ਦੋਸਤਾਂ ਨੂੰ ਅਸਲਾਮ ਅਲੈਕਮ। ਮੈਂ ਅਲੀ ਅਸਗਰ ਤਾਜ। ਪਿਆਰੇ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਮੈਂ ਗਾਹੇ ਬੇਗਾਹੇ ਪੰਜਾਬੀ ਦਰਬਾਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੰਜਾਬੀ ਜ਼ੁਬਾਨ ਉੱਤੇ, ਪੰਜਾਬੀ ਵਾਸਤੇ ਔਰ ਇਹਦੇ ਉੱਤੇ ਮੁਖਤਲਿਫ ਜਗ੍ਹਾ ਦੇ ਉੱਤੇ ਕੰਮ ਕੀਤਾ ਹੈ ਪੰਜਾਬੀ ਜ਼ੁਬਾਨ ਦੇ ਉੱਤੇ, ਉਹਨਾਂ ਦੋਸਤਾਂ ਨੂੰ ਮੈਂ ਦਾਅਵਤ ਦਿੰਦਾ ਵਾਂ ਕਿ ਉਹ ਪੰਜਾਬੀ ਦਰਬਾਰ ਦੇ ਵਿੱਚ ਤਸ਼ਰੀਫ ਲਿਆਉਣ। ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੀ ਖਿਦਮਤ ਵੀ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਵਾਂ। ਔਰ ਅੱਜ ਜਿਹੜੇ ਦੋਸਤ ਮੇਰੇ ਨਾਲ ਤਸ਼ਰੀਫ ਫਰਮਾ ਨੇ, ਜਲਵਾ ਫਰੋਜ਼ ਨੇ, ਇਹ ਮਕਸੂਦ ਗੋਹਰ ਸਾਹਿਬ ਨੇ, ਮਾਰੂਫ ਸਹਾਫੀ ਵੀ ਨੇ ਔਰ ਰੇਡੀਓ ਪਾਕਿਸਤਾਨ ਦੇ ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਮੇਜ਼ਬਾਨੀ ਵੀ ਕਰਦੇ ਰਹੇ ਨੇ। ਅੱਜ ਇਹਨਾਂ ਨਾਲ ਤਾਰਫ ਵੀ ਕਰਨੇ ਆ ਔਰ ਇਹਨਾਂ ਦੀ ਅਸੀਂ ਗੱਲਬਾਤ ਵੀ ਕਰਨੇ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਵਾਂ ਜੀ, ਤੁਸੀਂ ਪੰਜਾਬੀ ਦਰਬਾਰ ਵਿੱਚ ਤਸ਼ਰੀਫ ਲਿਆਏ ਔਰ ਰੌਣਕ ਬਣੇ ਪੰਜਾਬੀ ਦਰਬਾਰ। ਤਾਜ ਸਾਹਿਬ, ਪੰਜਾਬੀ ਦਰਬਾਰ ਇੱਕ ਇੰਜ ਦਾ ਨਾਂ ਹੈ ਜਿਹੜਾ ਅਸੀਂ ਅਜੇ ਸਕੂਲ ਦੀ ਹੋਸ਼ ਵੀ ਨਹੀਂ ਸੰਭਾਲੀ ਸੀ ਜਦੋਂ ਦਾ ਅਸੀਂ ਇਸ ਨਾਂ ਨੂੰ ਸੁਣਦੇ ਆ ਰਹੇ ਹਾਂ ਰੇਡੀਓ ਪਾਕਿਸਤਾਨ ਦੇ ਹਵਾਲੇ ਦੇ ਨਾਲ। ਔਰ ਤੇ ਅੱਜ ਅਸੀਂ ਤੁਹਾਡੇ ਚੈਨਲ ਦੇ ਹਵਾਲੇ ਨਾਲ ਸੁਣ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਆਪਣੇ ਇਸ ਚੈਨਲ ਦੇ ਲਈ ਗੱਪਸ਼ਪ ਕਰਨ ਲਈ, ਗੱਲਬਾਤ ਕਰਨ ਲਈ ਤਸ਼ਰੀਫ ਲਿਆਏ ਹੋ। ਅਤੇ ਇਹ ਬਲਕਿ ਸਾਡੀ ਉੱਤੇ ਤੁਹਾਡੀ ਮਿਹਰਬਾਨੀ ਹੈ। ਮਕਸੂਦ ਗੌਹਰ ਸਾਹਿਬ, ਬੜਾ ਲੰਮਾ ਸਫ਼ਰ ਹੈ, ਇਹਦੀ ਇਬਤਦਾ ਕਿੱਥੋਂ ਹੋਈ? ਸਫ਼ਰ ਲੰਬਾ ਹੈ ਪਰ ਲੱਗਦਾ ਇੰਝ ਜਿਵੇਂ ਇਹ ਇੱਕ ਪਲ 'ਚ ਹੀ ਲੰਘ ਗਿਆ। ਠੀਕ ਹੈ, ਇਹਦੀ ਇਬਤਦਾ ਜਿਹੜੀ ਹੈਗੀ ਹੈ ਉਹ ਹੈਗੀ ਹੈ ਮੇਰੀ ਅਸਲ 'ਚ ਬੁਨਿਆਦੀ ਤਾਲੁਕ ਜਿਹੜਾ ਹੈਗਾ ਜੇ ਫੈਸਲਾਬਾਦ ਦੇ ਨਾਲ ਹੈ। ਮੇਰੇ ਵਾਲਦੈਨ ਜਿਹੜੇ ਸੀ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਆਏ ਅਤੇ ਫਿਰ ਇੱਥੇ ਕਿਸੇ ਇੱਕ ਸ਼ਹਿਰ ਦੇ ਵਿੱਚ ਨਹੀਂ ਰਹੇ, ਬਸ ਸਿਲਸਿਲਾ ਰੋਜ਼ਗਾਰ ਜਿਹੜਾ ਸੀ ਉਹ ਮੁਖਤਲਿਫ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਸਟੇ ਰਿਹਾ। ਅਤੇ ਸਭ ਤੋਂ ਲੰਮਾ ਸਟੇ ਜਿਹੜਾ ਸੀ ਉਹ ਫੈਸਲਾਬਾਦ ਸੀ ਅਤੇ ਮੇਰੀ ਪੈਦਾਇਸ਼ ਵੀ ਉੱਥੇ ਦੀ ਹੈ, ਮੇਰੀ ਕਾਲਜ ਲਾਈਫ ਵੀ ਸਾਰੀ ਉੱਥੇ ਦੀ ਹੈ। ਔਰ ਮੇਰਾ ਜਿਹੜਾ ਸਹਾਫਤੀ ਸਫ਼ਰ ਹੈ ਉਹਦੀ ਇਬਤਦਾ ਵੀ ਜਿਹੜੀ ਹੈ ਉਹ ਫੈਸਲਾਬਾਦ ਤੋਂ ਹੀ ਹੋਈ। ਫੈਸਲਾਬਾਦ ਮੈਂ ਹਜੇ ਮੈਟ੍ਰਿਕ ਦਾ ਸਟੂਡੈਂਟ ਸਾਂ ਜਦੋਂ ਮੇਰਾ ਕੁਛ ਅਦਬੀ ਲੋਕਾਂ ਦੇ ਨਾਲ ਅਤੇ ਕੁਛ ਸਹਾਫਤੀ ਲੋਕਾਂ ਦੇ ਨਾਲ ਬੈਠਣਾ ਉੱਠਣਾ ਸ਼ੁਰੂ ਹੋਇਆ। ਕੁਛ ਮੁਖਤਲਿਫ ਅਖਬਾਰ ਦੇ ਦਫ਼ਤਰ 'ਚ ਆਉਣਾ ਜਾਣਾ ਵੀ ਸ਼ੁਰੂ ਹੋ ਗਿਆ ਕਿਉਂਕਿ ਲਿਖਣ ਪੜ੍ਹਨ ਦਾ ਸ਼ੌਕ ਜਿਹੜਾ ਹੈਗਾ ਸੀ ਨਾ ਮੈਨੂੰ। ਇਹ ਸਮਝ ਲਓ ਕਿ ਜਦੋਂ ਬੱਚਾ ਜਿਹੜਾ ਹੈਗਾ ਹੈ ਉਹ ਕਾਇਦਾ ਪੜ੍ਹਦਾ ਹੈ, ਕਾਇਦਾ ਪੜ੍ਹ ਕੇ ਹਰਫ ਸਿੱਖਦਾ ਹੈ, ਹਰਫ ਨੂੰ ਲਫ਼ਜ਼ ਬਣਾਉਣਾ ਸਿੱਖਦਾ ਹੈ ਅਤੇ ਲਫ਼ਜ਼ ਨੂੰ ਜਿਸ ਵੇਲੇ ਜੋੜ ਕੇ ਉਹ ਫਿਕਰਾ ਬਣਾਉਣਾ ਸਿੱਖਦਾ ਹੈ। ਅਤੇ ਜਦੋਂ ਮੈਂ ਫਿਕਰਾ ਬਣਾਉਣਾ ਸਿੱਖਿਆ ਅਤੇ ਫਿਰ ਮੈਂ ਫਿਕਰਾ ਪੜ੍ਹਨਾ ਵੀ ਸ਼ੁਰੂ ਕੀਤਾ। ਅਤੇ ਛੋਟੀ ਉਮਰ ਤੋਂ ਹੀ ਮੈਂ ਅਜੇ ਦੂਸਰੀ ਤੀਸਰੀ ਕਲਾਸ ਦਾ ਸਟੂਡੈਂਟ ਸਾਂ ਜਦੋਂ ਮੈਂ ਬੱਚਿਆਂ ਦੇ ਛੋਟੇ ਛੋਟੇ ਕਹਾਣੀਆਂ, ਨਾਵਲ, ਉਦੋਂ ਬੱਚੋਂ ਕਾ ਬਾਗ, ਬੱਚੋਂ ਕੀ ਦੁਨੀਆ, ਇਸ ਕਿਸਮ ਦੇ ਨਾਵਲ ਜਿਹੜੇ ਆਪਣਾ ਰਸਾਲੇ ਛਪਦੇ ਸਨ ਅਤੇ ਅਸੀਂ ਉਹ ਮੈਗਜ਼ੀਨ ਪੜ੍ਹਦੇ ਸਾਂ। ਫਿਰ ਬੱਚਿਆਂ ਦੇ ਨਾਵਲ ਮਹੱਲਿਆਂ ਦੇ ਵਿੱਚ ਉਦੋਂ ਆਨਾ ਲਾਇਬ੍ਰੇਰੀਆਂ ਹੁੰਦੀਆਂ ਸਨ ਜਿੱਥੋਂ ਜਾਣਾ ਇੱਕ ਆਨਾ ਦੇ ਉੱਤੇ ਤੁਹਾਨੂੰ ਨਾਵਲ ਕਿਤਾਬ ਕਿਰਾਏ 'ਤੇ ਮਿਲ ਜਾਂਦੀ ਸੀ। ਹਾਂਜੀ, ਬਿਲਕੁਲ। ਅਤੇ ਉਹਨਾਂ ਲਾਇਬ੍ਰੇਰੀਆਂ ਤੋਂ ਅਸੀਂ ਜਿਹੜੇ ਹੈਗਾ ਨਾ ਉਹ ਲੈ ਕੇ ਆਉਂਦੇ ਸਾਂ। ਮੇਰੇ ਆਪਣੇ ਵਾਲਿਦ ਸਾਹਿਬ ਨੇ ਦੇਖਿਆ ਕਿ ਮੇਰਾ ਸ਼ੌਕ ਪੜ੍ਹਨ ਵਾਲੇ, ਉਹਨਾਂ ਨੇ ਇੱਕ ਲਾਇਬ੍ਰੇਰੀ ਵਾਲੇ ਨੂੰ ਜਾ ਕੇ ਕਹਿ ਦਿੱਤਾ ਕਿ ਜੋ ਕਵੇ ਨਾ ਉਹ ਇਹਨੂੰ ਦੇ ਦਿਆ ਕਰੋ। ਉਹ ਮੈਂ ਤੁਹਾਨੂੰ ਦੱਸਾਂ ਕਿ ਵਾਲਿਦ ਸਾਹਿਬ ਵੱਲੋਂ ਇਜਾਜ਼ਤ ਮਿਲੀ, ਮੈਂ ਲਾਇਬ੍ਰੇਰੀ ਵੱਲ ਚਲੇ ਜਾਣਾ। ਸਰ ਮੈਂ ਸਵੇਰੇ ਜਾਣਾ, ਉਹ 70-80 ਸਫ਼ਿਆਂ ਦੇ ਬੱਚਿਆਂ ਦੇ ਛੋਟੇ ਛੋਟੇ ਨਾਵਲ ਹੁੰਦੇ ਸਨ ਅਤੇ ਉਹ ਜਿੰਨਾ ਭੂਤਾਂ ਵਾਲੇ ਹੁੰਦੇ ਸਨ, ਜ਼ਿਆਦਾ ਪੰਖੇ ਕਾ ਜਿੰਨ ਅਤੇ ਫਲਾਣਾ ਅਤੇ ਫਲਾਣਾ। ਅੱਛਾ, ਉਹ ਨਾਵਲ ਮੈਂ ਜਿਵੇਂ ਲੈ ਕੇ ਆਉਣਾ ਉਹ ਘੰਟੇ 'ਚ ਮੈਂ ਖ਼ਤਮ ਕਰ ਲੈਣਾ। ਉਹ ਜਾ ਕੇ ਮੈਂ ਦੇ ਆਉਣਾ, ਫਿਰ ਇੱਕ ਨਵਾਂ ਲੈ ਆਉਣਾ, ਫਿਰ ਉਹ ਦੇ ਆਇਆ, ਫਿਰ ਇੱਕ ਨਵਾਂ ਲੈਣਾ। ਮੈਂ ਦਿਨ 'ਚ 3-3 4-4 ਨਾਵਲ ਪੜ੍ਹਨੇ। ਉਹ ਅਖੀਰ ਇੱਕ ਮਹੀਨੇ ਬਾਅਦ ਮੇਰੇ ਵਾਲਿਦ ਸਾਹਿਬ ਉਹ ਪੈਸੇ ਦੇਣ ਲਈ ਗਏ ਵੀ ਕਿੰਨੇ ਕੁ ਇਹਨੂੰ ਪੜ੍ਹਿਆ। ਉਹ ਕਹਿੰਦਾ ਭਾਜੀ ਤੁਹਾਡਾ ਬੱਚਾ ਤਾਂ ਸਿਵਾਏ ਪੜ੍ਹਨ ਤੋਂ ਇਲਾਵਾ ਕੁਛ ਕੰਮ ਹੀ ਨਹੀਂ ਕਰ ਰਿਹਾ। ਠੀਕ ਹੈ, ਇਹ ਤਾਂ ਬੱਚਾ ਹੀ ਖ਼ਰਾਬ ਹੋ ਜਾਏਗਾ ਤੁਹਾਡਾ।
ਤੇ ਉਹ ਪੜ੍ਹਨ ਦੇ ਹਵਾਲੇ ਦੇ ਨਾਲ ਜਿਹੜੀ ਸੀ ਨਾ, ਲੇਕਿਨ ਮੈਨੂੰ ਕਿਉਂਕਿ ਉਹਦੀ ਇੱਕ ਸ਼ੁਰੂ ਹੋ ਗਈ ਸੀ ਲਗਨ ਪੜ੍ਹਨ ਦੀ, ਤੇ ਮੈਂ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਤੇ ਉਹਦੇ ਤੋਂ ਬਾਅਦ ਫਿਰ ਥੋੜ੍ਹਾ ਬੜੇ ਹੋਏ ਆ, ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ ਜਿਹੜੇ ਸਾਡੇ ਕਲਾਸਿਕ ਨਾਵਲ ਜਿਹੜੇ ਹੈਗੇ ਨਾ ਬੱਚਿਆਂ ਦੇ, ਆਲੀ ਪਰ ਕਿਆ ਗੁਜ਼ਰੀ, ਕਸ਼ਮੀਰ ਕੀ ਬੇਟੀ ਔਰ ਵਗੈਰਾ ਵਗੈਰਾ, ਇਹ ਮੈਂ ਦੂਸਰੀ ਤੀਸਰੀ ਕਲਾਸ 'ਚ ਸਾਰੇ ਹੀ ਪੜ੍ਹ ਚੁੱਕਾ ਸਾਂ। ਮੈਂ 5ਵੀਂ ਕਲਾਸ ਤੱਕ ਸਾਰਾ ਇਬਨ ਸਫੀ ਪੜ੍ਹ ਚੁੱਕਾ ਸੀ। ਇਹ ਜਿਹੜਾ ਪੜ੍ਹਨ ਦਾ ਸ਼ੌਕ ਹੈ ਨਾ, ਇਹ ਬੜਾ ਜ਼ਬਰਦਸਤ ਸ਼ੌਕ। ਅੱਛਾ। ਔਰ ਐਸਾ ਸ਼ੌਕ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਕੁਝ ਨਾ ਕੁਝ ਪੜ੍ਹ ਨਹੀਂ ਨਾ ਲੈਂਦੇ, ਉਨੀ ਦੇਰ ਤੱਕ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਨੀਂਦ ਨਹੀਂ ਆਉਂਦੀ। ਤੇ 6ਵੀਂ 7ਵੀਂ 8ਵੀਂ 9ਵੀਂ ਦੇ ਵਿੱਚ ਜਿਹੜੇ ਵੱਡੇ ਨਾਵਲ ਪੜ੍ਹਦੇ ਸੀ ਨਾ, ਰਜ਼ੀਆ ਭੱਟ ਦੇ ਨਾਵਲ, ਹਮੀਦਾ ਜਬੀ ਦੇ ਨਾਵਲ, ਠੀਕ ਹੈ, ਜਾਂ ਆਪਣਾ ਸਾਡੇ ਮਸ਼ਹੂਰ ਤਾਰੀਖੀ ਰਾਈਟਰ ਸਨ ਜਿਨ੍ਹਾਂ ਨੇ ਮੁਹੰਮਦ ਬਿਨ ਕਾਸਿਮ ਦੇ ਹਵਾਲੇ ਨਾਲ ਬਾਕੀ ਹੋਰ ਨਾਵਲ ਲਿਖੇ ਨੇ, ਉਹਨਾਂ ਸਾਰੇ ਨਾਵਲ ਜਿਹੜੇ ਨੇ ਨਾ ਮੈਂ 8ਵੀਂ ਤੱਕ ਉਹ ਵੀ ਪੜ੍ਹ ਲਏ ਹੋਏ ਸਨ। ਨਸੀਮ ਹਜਾਜ਼ੀ ਨੂੰ ਤੁਸੀਂ? ਨਸੀਮ ਹਜਾਜ਼ੀ ਨੂੰ ਮੈਂ ਗੱਲ ਕਰ ਰਿਹਾ। ਅੱਛਾ। ਮੈਂ ਵੀ ਬੜਾ ਸਟੱਡੀ ਕੀਤਾ। ਅੱਛਾ। ਤੇ ਉਹਦੇ ਤੋਂ ਬਾਅਦ ਅਸੀਂ ਡਾਇਜੈਸਟਾਂ ਤੋਂ ਅੱਗੇ ਫਿਰ ਆਲਮੀ ਡਾਇਜੈਸਟ ਆ ਗਿਆ, ਕੁਛ ਸਸਪੈਂਸ ਡਾਇਜੈਸਟ ਆ ਗਿਆ, ਜਾਸੂਸੀ ਆ ਗਿਆ, ਇਹ ਦੌਰ ਅਗਲਾ ਫਿਰ ਸ਼ੁਰੂ ਹੋ ਰਿਹਾ ਸੀ। ਤੇ ਉਹ ਵੀ ਪੜ੍ਹਨੇ ਸ਼ੁਰੂ ਵਿੱਚ ਹਲਕੇ ਹਲਕੇ ਪੜ੍ਹਨੇ ਸ਼ੁਰੂ ਕਰ ਦਿੱਤੇ। ਮਤਲਬ 10ਵੀਂ ਤੱਕ ਤਾਂ ਮੈਂ ਜਾ ਕੇ ਜਿਹੜਾ ਹੈਗਾ ਸੀ ਨਾ, ਉਹ ਅਸੀਂ ਫਿਰ ਫੈਜ਼ ਅਹਿਮਦ ਫੈਜ਼ ਨੂੰ, ਫਰਾਜ਼ ਨੂੰ, ਬਾਕੀ ਲੋਕਾਂ ਦੀ ਇਹਨਾਂ ਦੀ ਸ਼ਾਇਰੀ ਤੱਕ ਅਸੀਂ ਪਹੁੰਚਣਾ ਸ਼ੁਰੂ ਕਰ ਦਿੱਤਾ। ਫਿਰ ਅੱਛੇ ਮਤਲਬ ਉਸਤਾਦ ਵੀ ਮਿਲੇ, ਠੀਕ ਹੈ, ਉਹਨਾਂ ਦਾ ਵੀ ਉਹਦੇ 'ਚ ਕੰਟਰੀਬਿਊਸ਼ਨ ਹੈ ਬਹੁਤ ਜ਼ਿਆਦਾ। ਤੇ ਉਹ ਇਸ ਤਰ੍ਹਾਂ ਕਰਦੇ ਕਰਾਂਦੇ ਅਸੀਂ ਜਿਸ ਵੇਲੇ ਮੈਂ ਮੈਟ੍ਰਿਕ ਤੱਕ ਪਹੁੰਚ ਰਿਹਾ ਸੀ ਨਾ, ਮੈਂ 8ਵੀਂ 9ਵੀਂ ਕਲਾਸ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਲਈ, ਇੱਕ ਆਪਣੇ ਸਕੂਲ ਦੇ ਲਈ ਛੋਟੇ ਛੋਟੇ ਡਰਾਮੇ ਲਿਖਣੇ ਸ਼ੁਰੂ ਕਰ ਦਿੱਤੇ, ਠੀਕ ਹੈ। 10ਵੀਂ ਜਮਾਤ ਵਿੱਚ? 9ਵੀਂ 10ਵੀਂ 8ਵੀਂ ਤੋਂ ਸ਼ੁਰੂ। ਮਿਸਾਲ ਹੈ ਕਿ ਜਿਹੜੀਆਂ ਸੂਲਾਂ ਹੁੰਦੀਆਂ ਨੇ ਨਾ, ਉਹ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ। ਤੇ ਪਤਾ ਨਹੀਂ ਉਹ ਤਿੱਖੇ ਸਨ ਜਾਂ ਖੁੰਡੇ ਸਨ, ਸਾਨੂੰ ਉਹ ਫਿਰ ਐਸੇ ਰਾਹ ਤੇ ਪਾ ਦਿੱਤਾ। ਅੱਛਾ, ਮੈਨੂੰ ਸਭ ਤੋਂ ਔਖਾ ਟਾਈਮ ਲੱਗਦਾ ਹੁੰਦਾ ਸੀ ਜਦੋਂ ਇਮਤਿਹਾਨ ਹੁੰਦੇ ਸੀ ਪਰਚੇ, ਠੀਕ ਹੈ। ਸਾਰਾ ਸਾਲ ਅਸੀਂ ਉਹ ਸਿਲੇਬਸ ਤੋਂ ਹਟ ਕੇ ਵੀ ਚੀਜ਼ਾਂ ਪੜ੍ਹਨੀਆਂ ਤੇ ਸਿਲੇਬਸ ਵਾਲੀਆਂ ਵੀ ਪੜ੍ਹਨੀਆਂ, ਤੇ ਉਹ ਲੱਗਦਾ ਯਾਰ ਕਦੋਂ ਪੜ੍ਹਾਈ ਇਮਤਿਹਾਨ ਖਤਮ ਹੋਏਗਾ। ਤੇ ਸਾਨੂੰ ਇਹ ਨਹੀਂ ਸੀ ਪਤਾ ਹੈਗਾ ਕਿ ਅਸੀਂ ਐਸੇ ਪ੍ਰੋਫੈਸ਼ਨ ਦੇ ਵਿੱਚ ਆ ਜਾਣਾ ਹੈ ਜਿੱਥੇ ਹਰ ਰੋਜ਼ ਹੀ ਇਮਤਿਹਾਨ ਹੋਏਗਾ, ਹਰ ਰੋਜ਼ ਹੀ ਤੁਸੀਂ ਲਿਖਣਾ ਹੋਏਗਾ, ਹਰ ਰੋਜ਼ ਖਬਰ ਹੋਏਗੀ, ਹਰ ਰੋਜ਼ ਫੀਚਰ ਹੋਏਗਾ, ਤੇ ਅਗਲੇ ਦਿਨ ਰਿਜ਼ਲਟ ਵੀ ਦੇਖਣਾ ਕਿ ਯਾਰ ਲੋਕਾਂ ਦੀ ਆਊਟਪੁੱਟ ਕੀ ਆਈ ਹੈ, ਰਾਏ ਕੀ ਆਈ ਹੈ। ਤੇ ਅਸੀਂ ਫਿਰ ਮੁਸਤਕਿਲ ਇਮਤਿਹਾਨ ਵਾਲੀ ਜ਼ਿੰਦਗੀ ਦੇ ਵਿੱਚ ਆ ਗਏ। ਤੇ 9ਵੀਂ 10ਵੀਂ ਦੇ ਵਿੱਚ 10ਵੀਂ ਦੇ ਵਿੱਚ ਫਿਰ ਜਾ ਕੇ ਨਾ ਮੇਰਾ ਬਾਹਰ ਲੋਕਾਂ ਦੇ ਨਾਲ ਆਉਣਾ ਜਾਣਾ ਮਿਲਣਾ ਸ਼ੁਰੂ ਹੋਇਆ। ਇਹ ਮੇਰੇ ਵਾਲਿਦ ਸਾਹਿਬ ਦੀ ਜਿਹੜੀ ਸੀ ਨਾ ਮੁਲਾਜ਼ਮਤ ਸੀ, ਉਹ ਵੀ ਇੱਕ ਕਾਲਜ ਦੇ ਵਿੱਚ ਸੀ। ਅੱਛਾ। ਤੇ ਉਸ ਹਵਾਲੇ ਦੇ ਨਾਲ ਮੈਂ ਉਸ ਕਾਲਜ ਦੇ ਵਿੱਚ ਜਿਹੜੇ ਕੋਈ ਅਦਬੀ ਤਕਰੀਬਾਤ ਹੋਣੀਆਂ ਉੱਥੇ ਵੀ ਆਉਣਾ ਜਾਣਾ, ਤੇ ਉੱਥੇ ਵੀ ਚੀਜ਼ਾਂ ਦੇਖਣੀਆਂ। ਤੇ ਫਿਰ ਅਖਬਾਰ ਦੇ ਦਫ਼ਤਰ ਆਉਣਾ ਜਾਣਾ ਸ਼ੁਰੂ ਹੋ ਗਿਆ। ਤੇ ਮੈਂ ਫਸਟ ਈਅਰ ਦੇ ਵਿੱਚ ਹੀ ਸਾਂ ਜਿਸ ਵੇਲੇ ਮੈਂ ਅਖਬਾਰ ਦੇ ਦਫ਼ਤਰਾਂ 'ਚ ਮੁਖਤਲਿਫ ਮਜ਼ਾਮੀਨ ਜਿਹੜੇ ਨਾ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੱਤੇ। ਕਲਮੀ ਮੁਆਵਨ ਦੇ ਤੌਰ 'ਤੇ ਮਜ਼ਮੂਨ ਦੇ ਆਣੇ, ਛਪ ਜਾਣੇ। ਸਾਡੇ ਲਈ ਇਹੀ ਬੜੀ ਖੁਸ਼ੀ ਹੁੰਦੀ ਸੀ ਕਿ ਅਸੀਂ ਚੀਜ਼ ਲਿਖੀ ਆ, ਛਪ ਗਈ ਹੈ। ਹਾਂਜੀ, ਉਸ ਦੌਰ ਦੇ ਵਿੱਚ ਤੇ ਬੜੀ ਤੁਹਾਡੀ ਤਸਵੀਰ ਦਾ ਛਪ ਜਾਣਾ, ਤੁਹਾਡੀ ਖਬਰ ਦਾ ਆ ਜਾਣਾ, ਤੁਹਾਡੀ ਤਹਿਰੀਰ ਦਾ ਛਪ ਜਾਣਾ, ਇੱਕ ਬਹੁਤ ਵੱਡੀ ਗੱਲ ਗਿਣੀ ਜਾਂਦੀ ਸੀ। ਅੱਛਾ, ਉਹੀ ਉਹ ਦੌਰ ਸੀ ਜਦੋਂ 77 ਦੀ ਇhtਜਾਜੀ ਮੂਵਮੈਂਟ ਚੱਲ ਰਹੀ ਸੀ, ਠੀਕ ਹੈ। ਤੇ ਉਸ ਦੌਰ ਦੇ ਵਿੱਚ ਅਸੀਂ ਸਿਆਸਤ ਤੋਂ ਵੀ ਇਫੈਕਟ ਹੋਣਾ ਸ਼ੁਰੂ ਹੋ ਗਿਆ ਨਾਲ ਨਾਲ। ਮਿਸਾਲ ਦੇ ਤੌਰ 'ਤੇ ਮੈਂ 8ਵੀਂ ਦਾ ਹੀ ਸਟੂਡੈਂਟ, 9ਵੀਂ ਦਾ ਹੀ ਸਟੂਡੈਂਟ ਸਾਂ, ਤੇ ਮੈਂ ਜਦੋਂ ਭੁੱਟੋ ਦਾ ਜਲਸਾ ਹੋਣਾ ਤੇ ਮੈਂ ਜਲਸਾ ਦੇਖਣ ਚਲੇ ਜਾਂਦਾ ਸਾਂ, ਠੀਕ ਹੈ। ਔਰ ਅਖਬਾਰਾਤ ਮੁਸਾਵਾਤ ਉਸ ਵੇਲੇ ਛਪਦੇ ਸਨ। ਉਸ ਤੋਂ ਬਾਅਦ ਹਯਾਤ ਅਖਬਾਰ ਆ ਗਿਆ, ਮਸ਼ਰਕ ਸੀ, ਇਮਰੋਜ਼ ਸੀ, ਠੀਕ ਹੈ। ਮੈਂ ਜਿਸ ਵੇਲੇ ਤੁਹਾਨੂੰ ਦੱਸਿਆ ਨਾ ਛੋਟੀ ਉਮਰ ਦੇ ਵਿੱਚ ਪ੍ਰਾਇਮਰੀ ਜਾਂ ਮਿਡਲ ਸਕੂਲ ਦੀ ਐਜੂਕੇਸ਼ਨ ਦੇ ਵਿੱਚ ਸੀ, ਮੈਂ 5ਵੀਂ ਤੱਕ ਦੀ ਕਲਾਸ ਦੇ ਵਿੱਚ ਸਾਂ। ਤੇ ਮੈਂ ਸਾਰੇ ਅਖਬਾਰ ਜਿਹੜੇ ਸਨ ਨਾ ਉਹ ਮੈਂ ਪੜ੍ਹ ਕੇ ਸਕੂਲ ਜਾਂਦਾ ਸਾਂ। ਮੈਂ ਐਸਾ ਸਟੂਡੈਂਟ ਸਾਂ ਕਿ ਮੈਂ ਘਰੋਂ ਨਿਕਲਣਾ, ਮੇਰੇ ਘਰ ਦੇ ਕੋਲ ਇੱਕ ਅਖਬਾਰਾਂ ਵਾਲਾ ਸਟਾਲ ਹੁੰਦਾ ਸੀ। ਉਸ ਬੰਦੇ ਨੇ ਅਖਬਾਰ ਘਰਾਂ 'ਚ ਸਿੱਟਣ ਜਾਣਾ, ਉਹਨੂੰ ਪਤਾ ਸੀ ਇਹ ਬੱਚਾ ਅਖਬਾਰ ਪੜ੍ਹਦਾ ਰਹਿੰਦਾ ਬੈਠਾ। ਉਹਨੇ ਕਹਿਣਾ ਯਾਰ ਜਿਹੜਾ ਅਖਬਾਰ ਆਇਆ ਇਹ ਤੁਸੀਂ ਵੇਚਦੇ ਰਹਿਣਾ, ਤੇ ਪੈਸੇ ਇੱਥੇ ਪਾ ਦੇਣੇ ਨੇ, ਤੇ ਤੁਸੀਂ ਅਖਬਾਰ ਪੜ੍ਹੋ ਸਾਰੇ। ਅਖਬਾਰ ਪੜ੍ਹਦੇ ਰਹਿਣਾ। ਉਹ ਮੈਂ ਮਸ਼ਰਕ ਛੱਡਿਆ, ਅਮਰੋਜ਼ ਪੜ੍ਹ ਲਿਆ, ਅਮਰੋਜ਼ ਛੱਡਿਆ, ਨਵਾਏ ਵਕਤ ਪੜ੍ਹ ਲਿਆ, ਨਵਾਏ ਵਕਤ ਛੱਡਿਆ, ਕੋਈ ਹੋਰ ਅਖਬਾਰ ਪੜ੍ਹ ਲਿਆ। ਉਹ ਮੈਂ ਸਾਰੇ ਪੜ੍ਹਨੇ। ਤੇ ਸਰ ਮੈਨੂੰ ਉਹ ਸਾਰੇ ਵਾਕਿਆਤ ਦਾ ਪਤਾ ਹੈ
ਮੈਂ ਸਕੂਲ 'ਚ ਜਾਣਾ ਤੇ ਮੇਰੇ ਟੀਚਰ ਸਨ, ਉਹਨਾਂ ਦੀ ਟੇਬਲ ਦੇ ਉੱਤੇ ਜਿਹੜਾ ਅਖਬਾਰ ਆਉਂਦਾ ਹੁੰਦਾ ਸੀ ਮੈਂ ਉਹ ਵੀ ਪੜ੍ਹਦਾ ਸੀ। ਤੇ ਉਹਨਾਂ ਅਖਬਾਰਾਂ 'ਚ ਉਦੋਂ ਖਬਰਾਂ ਛਪਦੀਆਂ ਸੀ, ਗੰਗਾ ਤਿਆਰਾ ਅਗਵਾ ਹੋ ਗਿਆ, ਮਸ਼ਰਕੀ ਪਾਕਿਸਤਾਨ ਦਾ ਮਸਲਾ ਸ਼ੁਰੂ ਹੋ ਗਿਆ। ਅੱਛਾ, ਉਹ ਗੰਗਾ ਤਿਆਰਾ ਅਗਵਾ ਹਾਸ਼ਮ ਕੁਰੈਸ਼ੀ, ਅਸ਼ਰਫ ਕੁਰੈਸ਼ੀ ਕਿਹਨੇ ਕੀਤਾ ਸੀ? ਇਹ ਮੈਂ 5ਵੀਂ ਕਲਾਸ ਦੇ ਪੜ੍ਹੇ ਹੋਏ ਨੇ ਸਾਰੀਆਂ ਚੀਜ਼ਾਂ, ਠੀਕ ਹੈ। ਉਹ ਤਿਆਰਾ ਬਲਾਸਟ ਕਿਸ ਤਰ੍ਹਾਂ ਹੋਇਆ ਸੀ, ਉਸ ਤੋਂ ਬਾਅਦ ਉਹਨਾਂ ਨੂੰ ਖੂਨ ਕਿਹਨੇ ਦਿੱਤਾ ਸੀ, ਉਹਨਾਂ ਦਾ ਅਦਾਲਤਾਂ 'ਚ ਮੁਕੱਦਮਾ ਕਿਸ ਤਰ੍ਹਾਂ ਚੱਲਿਆ ਸੀ। ਉਹ ਜਿਹੜੀਆਂ ਖਬਰਾਂ ਸਨ ਉਹ ਕਿਸ਼ਤਵਾਰ ਚੱਲਦੀਆਂ ਹੁੰਦੀਆਂ, ਕਿਸ਼ਤਵਾਰ ਵੀ ਚੱਲਦੀਆਂ ਸਨ, ਰੈਗੂਲਰ ਵੀ ਚੱਲਦੀਆਂ ਰਹਿੰਦੀਆਂ ਸਨ। ਤੇ ਉਹ ਸਰ ਉਹ ਚੀਜ਼ਾਂ ਐਸੀਆਂ ਸਨ ਕਿ ਮੈਂ ਮਤਲਬ ਬੇਅਕ ਵਕਤ ਜਰਨਲਿਜ਼ਮ ਵੱਲ, ਪੋਲੀਟਿਕਸ ਵੱਲ, ਲਿਟਰੇਚਰ ਵੱਲ ਇੱਕ ਜਿਹੜਾ ਬੱਚੇ ਦੀ ਗਰੋਥ ਹੋਣੀ ਹੁੰਦੀ ਹੈ ਨਾ, ਉਹ ਉਸ ਵੇਲੇ ਉਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ। ਤੇ ਜਿਸ ਵੇਲੇ ਮੈਂ ਫਸਟ ਈਅਰ ਸੈਕੰਡ ਈਅਰ ਸਾਂ ਤੇ 76 ਦੇ ਵਿੱਚ ਮੇਰਾ ਮੈਟ੍ਰਿਕ ਹੋਇਆ ਸੀ ਤੇ 77 'ਚ ਮੂਵਮੈਂਟ ਚੱਲ ਗਈ ਸੀ। ਤੇ ਉਸ ਮੂਵਮੈਂਟ ਨੂੰ ਪੂਰਾ ਦੇਖਿਆ, ਉਸ ਮੂਵਮੈਂਟ ਨੂੰ ਕਵਰ ਵੀ ਵਿੱਚ ਅਸੀਂ ਕਰਦੇ ਰਹੇ। ਤੇ ਮੈਂ ਸਰ ਅਜੇ ਮੈਟ੍ਰਿਕ ਆਪਣਾ ਸੈਕੰਡ ਈਅਰ ਨਹੀਂ ਸੀ ਕੀਤਾ ਹੈਗਾ ਕਿ ਮੈਨੂੰ ਕਿਸੇ ਅਜ਼ੀਜ਼ ਦੀ ਮਾਰਫਤ ਜਿਹੜਾ ਸੀ ਨਾ ਅਖਬਾਰ ਦੀ ਨੁਮਾਇੰਦਗੀ ਮਿਲੀ। ਰੋਜ਼ਨਾਮਾ ਮਿਲਤ ਹੁੰਦਾ ਸੀ ਫੈਸਲਾਬਾਦ ਛਪਦਾ, ਉਹ ਲੈ ਕੇ ਲਾਹੌਰ ਆ ਗਿਆ। ਮੈਂ ਪੜ੍ਹਾਈ ਵਿੱਚੇ ਛੱਡ ਦਿੱਤੀ। ਇੱਥੇ ਆ ਕੇ ਉਹਦਾ ਦਫ਼ਤਰ ਬਣਾ ਲਿਆ। ਤੇ ਉਸ ਵੇਲੇ ਅਸੀਂ ਆ ਕੇ ਤੇ ਫਿਰ ਮੁਖਤਲਿਫ ਜਗ੍ਹਾ 'ਤੇ ਉਹਦੀਆਂ ਖਬਰਾਂ ਕਰਨੀਆਂ, ਉਹਨੂੰ ਖਬਰਾਂ ਲੈ ਕੇ ਇਸ਼ਤਿਹਾਰ ਇਕੱਠੇ ਕਰਨੇ, ਕਰਕੇ ਲੈ ਕੇ ਜਾਣਾ। ਤਾਂ ਉਹ ਇੱਕ ਪ੍ਰੈਕਟੀਕਲ ਜਰਨਲਿਜ਼ਮ ਦਾ ਜਿਹੜਾ ਸੀ ਨਾ ਉਹ ਇੱਕ ਸਿਲਸਿਲਾ ਤਾਂ ਸ਼ੁਰੂ ਹੋਇਆ। ਲੇਕਿਨ ਕੁਝ ਅੱਗੇ ਜਾ ਕੇ ਵਾਕਿਆਤ ਐਸੇ ਆਏ ਜਦੋਂ ਅਹਿਸਾਸ ਹੋਇਆ ਕਿ ਨਹੀਂ ਯਾਰ, ਤਾਲੀਮ ਜਿਹੜੀ ਨਾਮੁਕੰਮਲ ਛੱਡ ਕੇ ਇੱਧਰ ਆਉਣਾ ਜਿਹੜਾ ਉਹ ਠੀਕ ਨਹੀਂ ਹੈਗਾ। ਲਿਹਾਜ਼ਾ ਫਿਰ ਮੈਂ ਜਿਨ੍ਹਾਂ ਦਿਨਾਂ ਦੇ ਵਿੱਚ ਜ਼ਿਆਉਲ ਹਕ ਦੇ ਦੌਰ 'ਚ ਮਤਲਬ 79 ਦਾ ਹੀ ਪੀਰੀਅਡ ਸੀ, ਅਖਬਾਰਾਂ 'ਤੇ ਸੈਂਸਰ ਲੱਗ ਗਿਆ। ਸੈਂਸਰ ਲੱਗ ਗਿਆ ਤੇ ਅਖਬਾਰਾਂ ਪ੍ਰੈਸ ਜਾਣ ਤੋਂ ਪਹਿਲਾਂ ਆਪਣਾ ਸੈਂਸਰ ਬੋਰਡ ਇੱਕ ਸੀਗਾ ਐਸਟੈਬਲਿਸ਼ਮੈਂਟ ਦੇ ਲੋਕਾਂ 'ਤੇ ਮੁਸ਼ਤਮਲ ਸੀ। ਉੱਥੇ ਜਾ ਕੇ ਜਦ ਤੱਕ ਪਾਸ ਨਹੀਂ ਹੁੰਦਾ ਸੀ ਉਦੋਂ ਤੱਕ ਪ੍ਰੈਸ ਨਹੀਂ ਜਾ ਸਕਦਾ ਸੀ। ਜਦੋਂ ਉਹ ਹੋ ਗਿਆ ਫਿਰ ਖਬਰਾਂ ਵੀ ਇੱਥੋਂ ਭੇਜ ਕੇ ਉੱਥੇ ਛਪਾਉਣਾ ਟਾਈਮ ਸਿਰ ਮੁਸ਼ਕਿਲ ਹੋ ਗਿਆ, ਹੋਰ ਮਾਮਲਾਤ ਵੀ ਸਖਤ ਹੋ ਗਏ। ਤੇ ਫਿਰ ਮੈਂ ਵਾਪਸ ਆ ਗਿਆ, ਉਹ ਦਫ਼ਤਰ ਬੰਦ ਕੀਤਾ। ਦੁਬਾਰਾ ਆ ਕੇ ਮੈਂ 2 ਸਾਲ ਤੋਂ ਬਾਅਦ ਆ ਕੇ ਫਿਰ ਐਫਏ ਦਾ ਇਮਤਿਹਾਨ ਕੀਤਾ, ਤਾਲੀਮ ਮੁਕੰਮਲ ਕੀਤੀ। ਫਿਰ ਮੈਂ ਕਾਲਜ 'ਚ ਫਿਰ 3rd ਈਅਰ 4th ਈਅਰ ਫਿਰ ਅੱਗੇ ਜੋ ਵੀ ਸੀ ਕਰਨਾ ਸੀ ਉਹ ਕਰਦੇ ਚਲੇ ਗਏ। ਫਿਰ ਮੇਰਾ ਖਿਆਲ ਨਹੀਂ ਸੀ ਕਿ ਸ਼ਾਇਦ ਮੈਂ ਅਖਬਾਰਾਂ ਵੱਲ ਵਾਪਸ ਆਵਾਂ। 1-2 ਜ਼ਿੰਦਗੀ ਦੇ ਹਾਦਸੇ ਐਸੇ ਆਏ ਜਿਨ੍ਹਾਂ ਦੀ ਵਜ੍ਹਾ ਨਾਲ ਮੈਨੂੰ ਮਜਬੂਰਨ ਲਾਹੌਰ ਆਉਣਾ ਪਿਆ। ਲਾਹੌਰ ਆ ਕੇ ਫਿਰ ਮੈਂ ਸਰ ਕੁਛ ਅਰਸਾ ਟੈਕਸੀ ਡਰਾਈਵਿੰਗ ਵੀ ਕੀਤੀ ਹੈ, ਠੀਕ ਹੈ। ਲੇਕਿਨ ਮੇਰਾ ਕਿਉਂਕਿ ਸ਼ੌਕ ਇੱਧਰ ਸੀ ਤੇ ਲਿਹਾਜ਼ਾ ਮੈਂ ਜਿਸ ਵੇਲੇ ਉਹ ਡਿਊਟੀ ਤੋਂ ਫਾਰਗ ਹੋਣਾ ਤੇ ਮੈਂ ਅਖਬਾਰ ਦੇ ਦਫ਼ਤਰ ਜਾ ਕੇ ਕੰਮ ਕਰਨਾ। ਉਹ ਜਿਵੇਂ ਜਿਵੇਂ ਮੈਂ ਅਖਬਾਰ ਦੇ ਕੰਮ 'ਚ ਖੁਦ ਕਫੀਲ ਕਰਦਾ ਗਿਆ, ਉਹ ਦੂਸਰੀ ਜ਼ਿੰਮੇਵਾਰੀ ਮੈਂ ਖ਼ਤਮ ਕਰ ਦਿੱਤੀ ਤੇ ਲਿਹਾਜ਼ਾ ਮੈਂ ਪੂਰਾ ਜਰਨਲਿਜ਼ਮ 'ਚ ਆ ਗਿਆ। ਇੱਥੇ ਆ ਕੇ ਮੈਂ ਪਹਿਲਾ ਮੈਗਜ਼ੀਨ ਦੀਦ ਸ਼ੁਨੀਦ ਐਜ਼ ਏ ਡਿਪਟੀ ਐਡੀਟਰ ਜੁਆਇਨ ਕੀਤਾ ਤੇ ਉਹਦੇ 'ਚ ਮੁਖਤਲਿਫ ਮਜ਼ਾਮੀਨ ਐਸੇ ਸਨ ਜਿਹੜੇ ਉਹਦੇ 'ਚ ਲੱਗਦੇ ਰਹੇ, ਛਪਦੇ ਰਹੇ। ਕਿਉਂਕਿ ਤੁਹਾਡਾ ਇਸ ਵੇਲੇ ਵੀਡੀਓ ਦਾ ਟਾਈਮ ਬੜਾ ਹੁੰਦਾ, ਵਰਨਾ ਬੜੇ ਦਿਲਚਸਪ ਵਾਕਿਆਤ ਹੁੰਦੇ ਨੇ। ਕੋਈ ਐਸਾ ਮਸਲਾ ਨਹੀਂ ਹੈਗਾ, ਵੇਖੋ ਤੇ ਮਕਸਦ ਹੈ ਤੁਹਾਡੇ ਨਾਲ ਗੱਲਬਾਤ ਕਰਨਾ ਹੈ। ਹਾਂ ਤੇ ਤੁਸੀਂ ਕੋਈ ਗੱਲ ਨਹੀਂ, ਵੀਡੀਓ ਦਾ ਕੋਈ ਮਸਲਾ ਨਹੀਂ। ਹਾਂ, ਉਹ ਜਿਸ ਵੇਲੇ ਮੈਂ ਉੱਥੇ ਉਹਨਾਂ ਕੋਲ ਮੈਂ ਆਇਆ ਵਾਂ ਤੇ ਮੈਂ ਚਟਾਨ ਅਖਬਾਰ ਦੇ ਵਿੱਚ ਪਹਿਲਾਂ ਗਿਆ। ਉੱਥੇ ਮੈਨੂੰ ਇੱਕ ਦੋਸਤ ਸਨ ਅਖਤਰ ਕਸ਼ਮੀਰੀ ਸਾਹਿਬ, ਉਹ ਉਸ ਵੇਲੇ ਅਮਰੀਕਾ ਜਾ ਰਹੇ ਸਨ। ਮੈਨੂੰ ਕਹਿੰਦੇ ਯਾਰ ਤੁਹਾਨੂੰ ਮੈਂ ਮਿਲਾਣਾ। ਉਹ ਮੈਨੂੰ ਮਾਰੂਫ ਜਰਨਲਿਸਟ ਸਨ ਸੀਨੀਅਰ ਰਫੀਕ ਡੋਗਰ ਸਾਹਿਬ, ਨਵੇਂ ਵਕਤ ਦੇ ਚੀਫ ਰਿਪੋਰਟਰ ਰਹਿ ਚੁੱਕੇ। ਉਹਨਾਂ ਨੇ ਆਪਣਾ ਮੈਗਜ਼ੀਨ ਦੀ ਸ਼ੁਨੀਦ ਕੱਢਿਆ ਸੀ, ਉਹਨਾਂ ਦੇ ਆਫਿਸ ਲੈ ਗਏ। ਰਫੀਕ ਡੋਗਰ ਸਾਹਿਬ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੋਈ ਕੰਮ ਦਾ ਸਿਲਸਿਲੇ 'ਚ ਵੀ ਸ਼ੁਰੂ ਹੋ ਗਿਆ। ਉਹਨਾਂ ਨੇ ਮੈਨੂੰ ਪਹਿਲਾ ਜਿਹੜਾ ਇੰਟਰਵਿਊ ਕਰਨ ਲਈ ਕਿਹਾ, ਉਹਨਾਂ ਨੂੰ ਯਕੀਨ ਨਹੀਂ ਸੀ, ਪਤਾ ਨਹੀਂ ਮੈਂ ਲਿਖਾਂਗਾ, ਕਰ ਸਕਾਂਗਾ ਨਹੀਂ ਕਰ ਸਕਾਂਗਾ। ਇੱਕ ਜੋਕ ਜਿਸ ਤਰ੍ਹਾਂ ਕਿਸੇ ਨੂੰ ਕੀਤਾ ਜਾਂਦਾ ਨਾ, ਉਹ ਕੀਤਾ ਗਿਆ ਕਿ ਯਾਰ ਤੂੰ ਹਾਥੀ 'ਤੇ ਫੀਚਰ ਲਿਖ ਸਕਦਾ। ਮੈਂ ਕਿਹਾ ਜੀ ਮੈਂ ਹਾਥੀ 'ਤੇ ਲਿਖ ਦਿਆਂਗਾ। ਕਹਿੰਦੇ ਠੀਕ ਹੈ, ਫਿਰ ਠੀਕ ਹੈ ਤੂੰ ਹਾਥੀ ਦੇ ਉੱਤੇ ਲਿਖ ਕੇ ਲੈ। ਇਤਫਾਕ ਦੀ ਗੱਲ ਹੈ ਉਹਨਾਂ ਦਿਨਾਂ ਦੇ ਵਿੱਚ ਚਿੜੀਆ ਘਰ 'ਚ ਇੱਕ ਲੱਖੀ ਰਾਣੀ ਹੱਥਣੀ ਸੀ, ਉਹ ਡੈਥ ਹੋਈ ਸੀ ਤੇ ਮੈਂ ਉਹਦੇ 'ਤੇ ਫੀਚਰ ਬਣਾਉਣ ਲਈ ਚਿੜੀਆ ਘਰ ਚਲਾ ਗਿਆ। ਉਹਦੇ 'ਤੇ ਫਿਰ ਜਿਸ ਵੇਲੇ ਮੈਂ ਫੀਚਰ ਡਿਵੈਲਪ ਕੀਤਾ ਤੇ ਉਹਦੇ ਵਿੱਚ ਹਾਥੀ ਹੁੰਦਾ ਕੀ ਹੈ, ਉਹਦੀ ਸਾਈਕੀ ਕੀ ਹੈ,
ਉਹਦਾ ਆਦਾਤ ਅਤਵਾਰ ਕੀ ਨੇ, ਉਹ ਲੱਖੀ ਰਾਣੀ ਕਿੰਨੇ ਸਾਲ ਤੋਂ ਇੱਥੇ ਸੀ, ਉਹਦੇ ਕੀ ਮੁਹਾਵਤ ਸਨ, ਮੁਹਾਵਤ ਤੇ ਹਥਣੀ ਦਾ ਤਾਲੁਕ ਕੀ ਸੀ, ਉਹ ਇੱਕ ਪੂਰੀ ਸਟੋਰੀ ਡਿਵੈਲਪ ਹੋਣਾ ਸ਼ੁਰੂ ਹੋ ਗਈ। ਔਰ ਜਿਸ ਵੇਲੇ ਉਹਦੀ ਡੈਥ ਦਾ ਮੈਂ ਸੀਕੁਐਂਸ ਲਿਖਿਆ ਉਸ ਵੇਲੇ ਕਿ ਉਹ ਮੁਹਾਵਤ ਜਿਹੜਾ ਹੈਗਾ ਇੱਧਰੋਂ ਹਥਣੀ ਦਮ ਤੋੜ ਰਹੀ ਹੈ, ਉਹਨੂੰ ਦੇਖ ਕੇ ਡਾਕਟਰ ਵੱਲ ਜਾ ਰਿਹਾ, ਡਾਕਟਰ ਕੋਲੋਂ ਉੱਧਰ ਆ ਰਿਹਾ, ਉੱਧਰੋਂ ਉੱਧਰ ਜਾ ਰਿਹਾ, ਉੱਧਰੋਂ ਉੱਧਰ ਆ ਰਿਹਾ, ਉਹ ਸੀਕੁਐਂਸ ਇੰਨਾ ਕੁ ਇੱਕ ਦਰਦਨਾਕ ਸੀ। ਉਹ ਰਫੀਕ ਡੋਗਰ ਸਾਹਿਬ ਪੂਰਾ ਫੀਚਰ ਪੜ੍ਹਦੇ ਰਹੇ, ਉੱਠ ਕੇ ਬੈਠ ਗਏ ਤੇ ਥੋੜ੍ਹੀ ਦੇਰ ਤੋਂ ਬਾਅਦ ਉਹਨਾਂ ਨੇ ਨਾ ਐਨਕ ਉਤਾਰੀ ਅਤੇ ਉਹਨਾਂ ਦਾ ਇੱਕ ਆਂਸੂ ਆਇਆ, ਸਾਫ਼ ਕੀਤਾ ਉਹਨਾਂ ਨੇ ਤੇ ਫਿਰ ਉਹਨੂੰ ਪੜ੍ਹਦੇ ਰਹੇ। ਜਿਸ ਵੇਲੇ ਆਖਰੀ ਸਤਰ 'ਤੇ ਗਏ ਨੇ, ਉਹ ਕਹਿੰਦੇ ਯਾਰ ਮੈਂ ਤਾਂ ਤੈਨੂੰ ਐਵੇਂ ਛੇੜਿਆ ਸੀ, ਤੇ ਉਹ ਪੰਜਾਬੀ ਦੇ ਵਿੱਚ ਕਹਿੰਦੇ ਘੋੜਿਆ ਤੂੰ ਤੇ ਬੜਾ ਚੰਗਾ ਫੀਚਰ ਲਿਖ ਲਿਆ। ਤੇ ਉਹ ਸਰ ਇਸ ਤਰੀਕੇ ਦੇ ਨਾਲ ਉਹ ਫਿਰ ਉਹ 16 ਦਸੰਬਰ ਦਾ ਸ਼ੁਮਾਰਾ ਜਾ ਰਿਹਾ ਸੀ ਸਕੂਤੇ ਡਾਕਾ ਦਾ। ਉਹਨਾਂ ਨੇ ਉਹ ਸ਼ੁਮਾਰੇ ਦਾ ਟਾਈਟਲ ਯਾਹਿਆ ਖਾਂ ਵਗੈਰਾ ਤੇ ਰਾਣੀ ਜਨਰਲ ਰਾਣੀ ਵਗੈਰਾ ਇਹ ਤਸਵੀਰਾਂ ਲਗਾਈਆਂ ਹੋਈਆਂ ਸਨ। ਉਹਨਾਂ ਕਿਹਾ ਯਾਰ ਯਾਹਿਆ ਖਾਂ ਛੱਡੋ, ਯਾਹਿਆ ਖਾਂ ਉੱਤੇ ਛੋਟਾ ਜਿਹਾ ਕਾਰਨਰ 'ਤੇ ਲੱਗੇਗਾ ਤੇ ਪੂਰੀ ਹਾਥੀ ਦੀ ਤਸਵੀਰ ਲੱਗੇਗਾ। ਉਹ ਲੱਖੀ ਰਾਣੀ ਅਸਲ ਕਹਾਣੀ ਤੁਹਾਡੀ ਸਹਾਫਤੀ ਇਹ ਮੇਰੀ ਪਹਿਲੀ ਥਪਕੀ ਸੀ, ਮੈਨੂੰ ਉਸ ਜਰਨਲਿਜ਼ਮ 'ਚ ਮਿਲੀ, ਬੜੀ ਸ਼ਾਨਦਾਰ ਸੀ ਤੇ ਉਹਨੇ ਮੈਨੂੰ ਫਿਰ ਪਿੱਛੇ ਨਹੀਂ ਮੁੜਨ ਦਿੱਤਾ। ਹੁਣ ਅੱਗੇ ਮੇਰੇ ਅੱਛੇ ਹਾਲਾਤ ਹੈ, ਬੁਰੇ ਹਾਲਾਤ ਹੈ, ਮੈਂ ਇਹਦੇ ਵਿੱਚ ਹੀ ਫਸ ਕੇ ਚੱਲਿਆ। ਠੀਕ ਹੈ, ਉਹ 3 ਸਾਲ ਫਿਰ ਮੈਂ ਉਹਨਾਂ ਦੇ ਨਾਲ ਕੰਮ ਕੀਤਾ। 3 ਸਾਲ ਤੋਂ ਬਾਅਦ ਫਿਰ ਮੈਂ ਇਹ ਐਕਸਟ੍ਰੀਮ ਰਾਈਟ ਦਾ ਪਰਚਾ ਸੀ। ਉਹ ਕਿਹਾ ਜਾਂਦਾ ਸੀ ਕਿ ਉਹ ਰਫੀਕ ਡੋਗਰ ਸਾਹਿਬ ਦਾ ਤਾਲੁਕ ਜਮਾਤ ਇਸਲਾਮੀ ਦੇ ਨਾਲ ਹੈ। ਹੁਣ ਮੈਂ ਅਗਲਾ ਜਿਹੜਾ ਮੈਗਜ਼ੀਨ ਚਲਾ ਗਿਆ ਉਹ ਐਕਸਟ੍ਰੀਮ ਲੈਫਟ ਦਾ ਸੀ, ਉਹ ਕਮਿਊਨਿਸਟਾਂ ਦਾ ਪਰਚਾ ਸੀ। ਉਹਦਾ ਨਾਂ ਸੀ ਨਇਆ ਜ਼ਮਾਨਾ। 1 ਸਾਲ ਮੈਂ ਉਹ ਕੀਤਾ। ਉਸ 'ਚ ਮੈਨੂੰ ਵੀ ਪਤਾ ਲੱਗਾ ਲੈਫਟ ਹੈ ਕੀ ਹੈ, ਲੈਫਟ ਦੇ ਲੋਕ ਸੋਚਦੇ ਕੀ ਨੇ, ਉਹਨਾਂ ਦੀ ਲਾਈਫ ਦਾएं ਬਾएं। ਉਹਦੇ ਤੋਂ ਬਾਅਦ ਫਿਰ ਸ਼ੁਰੂ ਹੁੰਦਾ ਹੈ ਫੈਮਿਲੀ ਮੈਗਜ਼ੀਨ, ਨਵਾਂ ਆ ਰਿਹਾ ਸੀ ਤੇ ਫਿਰ ਮੈਂ ਉਹ ਜੁਆਇਨ ਕੀਤਾ। ਤੇ ਫਿਰ ਮੇਰੇ ਕੋਈ 15 ਸਾਲ ਜਿਹੜੇ ਨੇ ਉਹ ਨਵਾਏ ਵਕਤ ਦੇ ਵਿੱਚ ਗੁਜ਼ਰੇ ਨੇ। ਤੇ ਉਹਦੇ 'ਚ ਫਿਰ ਹਰ ਤਰ੍ਹਾਂ ਦੇ ਕੰਮ ਹੀ ਸਨ। ਅਸਲ ਦੇ ਵਿੱਚ ਇਸ ਫੀਲਡ 'ਚ ਚੱਲਦਿਆਂ ਜਿਹੜਾ ਸੀ ਨਾ, ਮੈਂ ਜਿਹੜੀ ਮੇਰੀ ਪਹਿਲੀ ਲੈਬੋਰਟਰੀ ਦੇਸ਼ ਹੁੰਦੀ ਸੀ ਨਾ, ਉਹ ਚਪੜਾਸੀ ਤੋਂ ਲੈ ਕੇ ਐਡੀਟਰ ਤੱਕ ਦੀ ਜਿੰਨੇ ਕੰਮ ਸਨ ਨਾ, ਅਸੀਂ 2 ਹੀ ਬੰਦੇ ਸਾਂ ਪੂਰਾ ਕਰਦੇ। ਬਾਹਰੋਂ ਕੋਈ ਸੌਦਾ ਸਰਫ ਲਿਆਉਣਾ ਤੇ ਉਹ ਵੀ ਮੈਂ ਹੀ ਲਿਆਉਣਾ, ਆ ਕੇ ਦਫ਼ਤਰ ਖੋਲ੍ਹਣਾ ਤੇ ਮੈਂ ਲਿਆਉਣਾ, ਦਫ਼ਤਰ 'ਚ ਕੋਈ ਹੋਰ ਮਾਮਲਾ ਦੇਖਣੇ ਨੇ ਤੇ ਇੰਤਜ਼ਾਮੀ ਮੈਂ ਹੀ ਦੇਖਣੇ ਨੇ, ਪ੍ਰੂਫ ਰੀਡਿੰਗ ਮੈਂ ਕਰਨੀ ਹੈ, ਰਾਈਟਿੰਗ ਮੈਂ ਕਰਨੀ ਹੈ, ਉਹਨੂੰ ਪ੍ਰੈਸ ਕਾਪੀਆਂ ਲੈ ਕੇ ਮੈਂ ਜਾਣਾ, ਉਹਦੀਆਂ ਬਿਲਟੀਆਂ ਮੈਂ ਕਰਨੀਆਂ ਨੇ, ਉਹਦੇ ਇਸ਼ਤਿਹਾਰਾਂ ਦੇ ਵੀ ਲੈ ਕੇ ਮੈਂ ਹੀ ਆਣੇ ਨੇ। ਉਹ ਇੰਨੇ ਬੜੇ ਕੰਮ ਜਦੋਂ ਤੁਸੀਂ ਇਕੱਲਾ ਹੀ ਬੰਦਾ ਸਰਦਾ ਤੇ ਉਹ ਮੁਸ਼ਕਿਲ ਤਾਂ ਲੱਗ ਰਿਹਾ ਹੁੰਦਾ ਉਸ ਵੇਲੇ, ਲੇਕਿਨ ਤੁਹਾਡੀ ਤਰਬੀਅਤ ਹੋ ਰਹੀ ਹੁੰਦੀ, ਲੇਕਿਨ ਉਹ ਤਰਬੀਅਤ ਹੋ ਰਹੀ ਹੁੰਦੀ, ਉਹਦਾ ਕੋਈ ਸਿਲਾ ਪਤਾ ਨਹੀਂ ਕਿਤੇ ਅੱਗੇ ਜਾ ਕੇ ਮਿਲਦਾ। ਬਿਲਕੁਲ। ਠੀਕ ਹੈ, ਤੇ ਉਹ ਫਿਰ ਉਹੋ ਹੀ ਜਿਹੜੀ ਤਰਬੀਅਤ ਜਿਹੜੀ ਹੈ ਨਾ, ਉਹ ਅੱਗੇ ਫਿਰ ਅਸੀਂ ਜਿਸ ਵੇਲੇ ਨਵਾਏ ਵਕਤ ਚਲੇ ਗਏ, ਨਵਾਏ ਵਕਤ 'ਚ ਕੰਮ ਆਈ ਹੈ। ਨਵਾਏ ਵਕਤ ਦੇ ਵਿੱਚ ਮੈਂ 6 ਮਹੀਨੇ ਸੀ, ਫਿਰ ਉਹਦੇ 'ਚ ਪ੍ਰਮੋਟ ਹੋ ਕੇ ਫਿਰ ਉੱਪਰ ਆ ਗਏ। ਤੇ ਉਹ ਨਵਾਏ ਵਕਤ ਦਾ ਫਿਰ ਇੱਕ ਪੀਰੀਅਡ ਹੈ ਲੌਂਗ, ਜਿੱਥੇ ਸਵੇਰੇ ਅਸੀਂ ਅੱਛਾ ਇਸ ਜਿਹੜਾ ਹੈਗਾ ਨਾ ਜਰਨਲਿਜ਼ਮ 8 ਘੰਟੇ ਡਿਊਟੀ ਜਿਹਨੇ ਕਰਨੀ ਹੈ ਉਹਦੇ ਲਈ ਨਹੀਂ ਹੈਗਾ। ਹਾਂਜੀ, ਇਹ ਅਸਲ ਦੇ ਵਿੱਚ ਜਿਹੜਾ ਲਿਖਣਾ ਪੜ੍ਹਨਾ ਆਰਟ ਔਰ ਇਸ ਕਿਸਮ ਦੇ ਕੰਮ ਨੇ ਨਾ, ਇਹ ਨਾਰਮਲ ਲੋਕਾਂ ਦੇ ਕੰਮ ਨਹੀਂ ਹੈਗੇ, ਆਲ ਟਾਈਮ ਜੌਬ ਹੈ, ਇਹ ਅਬਨਾਰਮਲ ਪਾਗਲ ਲੋਕਾਂ ਦੇ ਕੰਮ ਨੇ। ਬਿਲਕੁਲ ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਜਿਹੜੀ ਸਹੀ ਦੱਸਾਂ ਨਾ, ਇਹ ਬੰਦੇ ਨਾਰਮਲ ਨਹੀਂ ਹੁੰਦੇ। ਨਾਰਮਲ ਬੰਦਾ ਪਤਾ ਕੀ ਹੁੰਦਾ ਹੈ? ਨਾਰਮਲ ਹੁੰਦਾ ਕਿ ਜਿਹਨੇ 9 ਵਜੇ ਘਰੋਂ ਨਿਕਲਣਾ ਹੈ, ਹਾਂਜੀ, ਤੇ ਸ਼ਾਮ ਨੂੰ 4 ਵਜੇ 5 ਵਜੇ ਬੀਵੀ ਬੱਚਿਆਂ ਦੇ ਕੋਲ ਵਾਪਸ ਆ ਜਾਣਾ, ਤੇ ਉਸ ਤੋਂ ਬਾਅਦ ਸੌਣ ਦੇ ਟਾਈਮ ਸੌਣਾ ਤੇ ਉੱਠਣ ਦੇ ਟਾਈਮ ਉੱਠ ਪੈਣਾ। ਲੇਕਿਨ ਅਖਬਾਰ ਦੇ ਵਿੱਚ ਨਹੀਂ ਇਹ ਹੁੰਦਾ। ਕਿਸੇ ਆਰਟ ਦੇ ਫਿਲਮਾਂ ਦੇ ਸ਼ੋਬੇ ਚੱਲ ਜਾਓ, ਡਰਾਮਿਆਂ ਦੇ ਸ਼ੋਬੇ ਚੱਲ ਜਾਓ, ਉੱਥੇ ਵੀ ਨਹੀਂ ਇਹ ਹੁੰਦਾ। ਠੀਕ ਹੈ ਨਾ, ਉੱਥੇ ਇਹ ਹੁੰਦਾ ਕਿ ਤੁਹਾਨੂੰ ਘਰੋਂ ਨਿਕਲਣ ਦਾ ਤਾਂ ਪਤਾ ਹੁੰਦਾ, ਪਤਾ ਨਹੀਂ ਹੁੰਦਾ। ਇਹ ਕੰਮ ਉਹੀ ਬੰਦਾ ਕਰ ਸਕਦਾ ਜਿਹਨੂੰ ਕੰਮ ਕਰਨ ਦਾ ਜਨੂਨ ਹੋਵੇ, ਪਾਗਲ ਹੋਵੇ ਸਰ ਉਹ। ਹਾਂਜੀ, ਦੇਖੋ ਜਨੂਨ ਉਹ ਤਾਂ ਮੈਂ ਅਗਲੀ ਸਟੇਜ ਤੇ ਜਿਹਦਾ ਸੌਣਾ ਵੀ ਉਹ ਆਪਣਾ, ਜਿਹੜਾ ਮਿਸਾਲ ਦੇ ਤੌਰ ਤੇ ਅਗਰ ਤੁਸੀਂ ਸਹਾਫਤ ਦੇ ਸ਼ੋਬੇ ਦੇ ਵਿੱਚ ਉਹਦਾ ਸੌਣਾ, ਓੜਨਾ, ਵਿਛਾਉਣਾ। ਮਤਲਬ 9 ਵਜੇ ਗਏ, ਤੁਹਾਨੂੰ ਦੱਸਿਆ ਕਿ ਮੈਨੂੰ ਕਈ ਦਫਾ ਫਜਰ ਦੀ ਅਜ਼ਾਨ ਹੋ ਰਹੀ ਹੁੰਦੀ ਸੀ ਘਰ ਜਾਂਦੇ। ਜਦੋਂ ਫੈਮਿਲੀ ਮੈਗਜ਼ੀਨ ਦੀ ਇਬਤਦਾਈ ਪ੍ਰੋਡਕਸ਼ਨ ਸੀ ਨਾ, 9 ਵਜੇ ਆਉਣਾ ਦਫ਼ਤਰ ਤੇ ਸੁਬਾਹ ਫਜਰ ਦੇ ਟਾਈਮ ਜਾਣਾ। ਇੱਕ ਮੁਹਾਵਰਾ ਤਨ ਕਿਹਾ ਜਾਂਦਾ ਹੈ ਜੀ, ਪੈਰਾਂ ਮੇਰੇ ਪ੍ਰੈਕਟੀਕਲ ਪੈਰਾਂ 'ਚੋਂ ਖੂਨ ਰਿਸਦਾ ਸੀ। ਉਸ ਦੌਰ ਦੇ ਵਿੱਚ
ਫੈਮਿਲੀ ਮੈਗਜ਼ੀਨ ਦਾ ਲੋਕੀ ਇੰਤਜ਼ਾਰ ਕਰਦੇ ਹੁੰਦੇ ਸਨ। ਫੈਮਿਲੀ ਮੈਗਜ਼ੀਨ ਇੱਕ ਟਾਈਮ ਸੀ, ਕਿਉਂਕਿ ਇਹਦਾ ਕੰਪੀਟੀਸ਼ਨ ਸੀ ਅਖਬਾਰੇ ਜਹਾਂ ਦੇ ਨਾਲ, ਉਹ ਉਸੇ ਫਾਰਮੈਟ ਦੇ ਵਿੱਚ ਇਹ ਪਰਚਾ ਸੀ ਸਾਰਾ ਜੀ ਹਾਂ। ਤੇ ਇਹ ਪਰਚੇ ਦਾ ਸਰਕੂਲੇਸ਼ਨ ਜਿਹੜਾ ਲੋਕਲ ਲੈਵਲ ਦੇ ਉੱਤੇ ਜਿਹੜਾ ਸੀ ਨਾ, ਪਾਕਿਸਤਾਨ ਲੈਵਲ ਤੇ, ਹਾਂਜੀ, ਉਹ ਕਿਸੇ ਜਗ੍ਹਾ ਦੇ ਉੱਤੇ ਇੱਕ ਟਾਈਮ ਐਸਾ ਵੀ ਆਇਆ ਅਖਬਾਰੇ ਜਹਾਂ ਤੋਂ ਅੱਗੇ ਚਲਾ ਗਿਆ ਸੀ, ਲੇਕਿਨ ਓਵਰਸੀਜ਼ ਦੇ ਵਿੱਚ ਜਿਹੜਾ ਸਾਡਾ ਸਰਕੂਲੇਸ਼ਨ ਘੱਟ ਸੀ। ਤੇ ਔਰ ਇਹਦਾ ਨੰਬਰ 2 ਰਹਿਣ ਦੀ ਵਜ੍ਹਾ ਪਤਾ ਕੀ ਸੀ ਕਿ ਉਹ ਅਦਾਰੇ ਦੀ ਪਾਲਿਸੀ ਹੁੰਦੀ ਹੈ। ਅਦਾਰੇ ਦੀ ਪਾਲਿਸੀ ਇਹ ਹੈਗੀ ਸੀ ਕਿ ਨਵਾਂ ਵਕਤ ਦੀ ਪਾਲਿਸੀ ਹੁੰਦੀ ਸੀ, ਕੋਈ ਸ਼ੋਬਿਜ਼ ਨੂੰ, ਫਿਲਮਾਂ ਨੂੰ, ਲੜਕੀਆਂ ਨੂੰ ਉਹ ਜ਼ਿਆਦਾ ਕਵਰੇਜ ਨਹੀਂ ਦੇਣੀ। ਤੇ ਤੁਹਾਡੇ ਮੁਕਾਬਲੇ ਜਿਹੜਾ ਹੈਗਾ ਉਹ ਇੰਡੀਅਨ ਟਾਈਟਲ ਲਗਾ ਰਿਹਾ ਹੈ, ਉਹ ਬਗੈਰ ਦੁਪੱਟੇ ਤੋਂ ਤਸਵੀਰਾਂ ਛਾਪ ਰਿਹਾ ਹੈ, ਠੀਕ ਹੈ ਨਾ। ਉਹ ਇਸ ਵਜ੍ਹਾ ਤੋਂ ਜਿਹੜਾ ਇਹ ਉਹਨਾਂ ਗਲੈਮਰਾਈਜ਼ ਉਸ ਤਰ੍ਹਾਂ ਨਹੀਂ ਹੋ ਰਿਹਾ, ਤੇ ਉਹ ਜਿਸ ਵਜ੍ਹਾ ਤੋਂ ਸਾਰਾ ਹੀ ਜਿਹੜਾ ਹੈਗਾ ਨਾ ਉਹ ਫਿਰ ਨੰਬਰ 2 'ਚ ਰਿਹਾ। ਤੇ ਬਲਕਿ ਨਵੇਂ ਵਕਤ ਦੀ ਮੈਂ ਅਗਰ ਹਿਸਟਰੀ ਦੇਖਾਂ ਨਾ, ਤੇ ਜਦੋਂ ਮਸ਼ਰਕ ਤੋਂ ਪਹਿਲਾਂ ਕੋਹਿਸਤਾਨ ਦਾ ਦੌਰ ਸੀ, ਕੋਹਿਸਤਾਨ ਨੰਬਰ 1 ਸੀ, ਨਵੇਂ ਵਕਤ ਨੰਬਰ 2 ਸੀ। ਮਸ਼ਰਕ ਉਸ ਤੋਂ ਬਾਅਦ ਅਮਰੋਜ਼ ਆਏ, ਮਸ਼ਰਕ ਨੰਬਰ 1 ਸੀ, ਨਵੇਂ ਵਕਤ ਨੰਬਰ 2 ਸੀ। ਇਹ ਬੰਦ ਹੋਏ ਤੇ ਫਿਰ ਜੰਗ ਆ ਗਿਆ, ਜੰਗ ਨੰਬਰ 1 ਸੀ, ਨਵੇਂ ਵਕਤ ਨੰਬਰ 2 ਸੀ। ਨਵਾਂ ਵਕਤ ਕਦੇ ਨੰਬਰ 1 ਪੋਜੀਸ਼ਨ ਦੇ ਵਿੱਚ ਪਰਚਾ ਕਮਰਸ਼ਲੀ ਨਹੀਂ ਆਇਆ, ਲੇਕਿਨ ਇਹਦੇ ਇੱਕ ਪੜ੍ਹਨ ਵਾਲਿਆਂ ਦਾ ਆਪਣਾ ਇੱਕ ਸੰਜੀਦਾ ਹਲਕਾ ਹੈ ਜਿਹੜੀ ਨਵੇਂ ਵਕਤ ਦੇ ਨਾਲ, ਉਹ ਅੱਜ ਦੇ ਦਿਨ ਤੱਕ ਵੀ ਨਵੇਂ ਵਕਤ ਦੇ ਨਾਲ ਵਾਬਸਤਾ ਨੇ, ਬਿਲਕੁਲ ਵਾਬਸਤਾ ਨੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹਦੇ ਨਾਲ ਫਿਰ ਸਰ ਅੱਗੇ ਆ ਜਾਂਦਾ ਹੈਗਾ ਜੇ ਕਿ ਹੁਣ ਸਾਨੂੰ ਜਿਹੜਾ ਸ਼ੌਕ ਸਾਰੀਆਂ ਚੀਜ਼ਾਂ ਦਾ ਸੀ, ਮਾਈਕ ਲਿਖਣ ਤੋਂ ਇਲਾਵਾ ਮਾਈਕ ਤੇ ਬੋਲਣ ਦਾ ਵੀ ਸ਼ੌਕ ਸੀ, ਕੈਮਰੇ ਦੇ ਸਾਹਮਣੇ ਗੱਲ ਕਰਨ ਦਾ ਵੀ ਸੀ। ਤਾਂ ਉਸ ਵੇਲੇ ਫਿਰ ਨਵੇਂ ਵਕਤ ਦੀ ਨੌਕਰੀ ਦੇ ਦੌਰਾਨ ਹੀ ਜਿਹੜਾ ਹੈਗਾ ਨਾ ਰੇਡੀਓ ਪਾਕਿਸਤਾਨ ਵੀ ਆਉਣਾ ਜਾਣਾ ਸੀ। ਉਹ ਜਸਟ ਅਸੀਂ ਕਵਰੇਜ ਲਈ, ਰਿਪੋਰਟਿੰਗ ਲਈ ਗਏ ਹੈਗੇ ਆ, ਤੇ ਪ੍ਰੋਡਿਊਸਰ ਕਿਸੇ ਨੇ ਕਹਿ ਦਿੱਤਾ ਕਿ ਯਾਰ ਤੁਸੀਂ ਕੁਛ ਕਰ ਸਕਦੇ ਹੋ। ਅੱਛਾ, ਉਹ ਅਕਸਰ ਇਹ ਹੁੰਦਾ ਸੀ ਇਬਤਦਾਈ ਤੌਰ ਦੇ ਉੱਤੇ, ਜਿਸ ਵੇਲੇ ਬਲਦਿਆਤੀ ਇਲੈਕਸ਼ਨ ਹੋ ਗਏ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਸਿਆਸੀ ਕੰਪੇਨ ਚੱਲ ਰਹੀ ਹੁੰਦੀ ਸੀ, ਉਸ ਵੇਲੇ ਕੁਝ ਮਖਸੂਸ ਪ੍ਰੋਗਰਾਮ ਹੁੰਦੇ ਨੇ ਟੀਵੀ ਵਾਲਿਆਂ ਕੋਲ ਵੀ ਤੇ ਰੇਡੀਓ ਵਾਲਿਆਂ ਕੋਲ ਵੀ, ਜਿੱਥੇ ਜਰਨਲਿਸਟ ਦੀ ਲੋੜ ਹੁੰਦੀ ਹੈ, ਜਰਨਲਿਸਟ ਦੇ ਤਬਸਰੇ ਦੀ ਲੋੜ ਹੋਈ। ਇਤਲਾਹ ਤੇ ਸਾਡੀ ਉਸੇ ਤਰ੍ਹਾਂ ਹੀ ਹੋਈ ਹੈ ਕਿ ਅਸੀਂ ਆਪਣਾ ਸਹਾਫਤੀ ਤਜਜ਼ੀਏ ਦੇ ਤੌਰ ਤੇ ਮਾਈਕ ਅੱਗੇ ਜਾ ਕੇ ਬੈਠੇ ਹਾਂ। ਤੇ ਫਿਰ ਇਹ ਹੋਇਆ ਕਿ ਉਹ ਚੱਲਦਿਆਂ ਜਿਹੜਾ ਹੈਗਾ ਉਹ ਫਿਰ ਸੋਹਣੀ ਧਰਤੀ ਵਾਲੇ ਸਾਈਡ ਤੇ ਵੀ ਆ ਗਏ। ਮੁਸਤਫਾ ਕਮਾਲ ਪਾਸ਼ਾ ਸਾਹਿਬ, ਉਹਦੇ ਉਸ ਵੇਲੇ ਮੁਸਤਫਾ ਕਮਾਲ ਸਾਹਿਬ ਪਾਸ਼ਾ ਸਾਹਿਬ ਹੋਰ ਨੇ, ਤੇ ਉਹ ਸਾਨੂੰ ਬੁਨਿਆਦੀ ਤੌਰ ਤੇ ਰੇਡੀਓ ਦੇ ਉੱਤੇ ਉਹਨਾਂ ਨੇ ਮੈਨੂੰ ਆਫਰ ਕੀਤੀ ਸੀ ਇੱਕ ਅੱਧੇ ਪ੍ਰੋਗਰਾਮ ਤੋਂ ਬਾਅਦ। ਪਹਿਲਾ ਪ੍ਰੋਗਰਾਮ ਜਿਹੜਾ ਮੇਰਾ ਸੀ ਉਹ ਹੈਗਾ ਸੀ ਕਿ ਮਾਹੌਲੀਆਤ ਦੇ ਹਵਾਲੇ ਦੇ ਨਾਲ ਇੱਕ ਉਹ ਸੋਹਣੀ ਧਰਤੀ ਤੋਂ ਹਟ ਕੇ ਸੀ, ਉਹ ਪਹਿਲਾਂ ਸੀ, ਠੀਕ ਹੈ। ਅੱਛਾ, ਮਾਹੌਲੀਆਤ ਆਸਫ ਜ਼ਰਦਾਰੀ ਦੇ ਕੋਲ ਮਾਹੌਲੀਆਤ ਦਾ ਮਹਿਕਮਾ ਹੋ ਗਿਆ ਸੀ, ਤੇ ਇਹਨਾਂ ਨੇ ਮਾਹੌਲੀਆਤ ਦੇ ਉੱਤੇ ਰੇਡੀਓ ਪਾਕਿਸਤਾਨ ਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਸ਼ੁਰੂ ਕਰਾਇਆ ਸੀ। ਤੇ ਉਹਦੇ ਉੱਤੇ ਜਿਹੜੀਆਂ ਮਾਹੌਲੀਆਤ ਦੀਆਂ ਖਬਰਾਂ ਸਨ, ਦੁਨੀਆ ਦੇ ਵਿੱਚ ਮਾਹੌਲੀਆਤ ਦੇ ਹਵਾਲੇ ਨਾਲ ਕੀ ਤਬਦੀਲੀਆਂ ਆ ਰਹੀਆਂ ਨੇ, ਤੇ ਉਹ ਖਬਰਾਂ ਮੈਂ ਪੜ੍ਹਨੀਆਂ ਹੁੰਦੀਆਂ ਸਨ, ਠੀਕ ਹੈ। ਮੇਰਾ ਜਰਨਲਿਸਟਿਕ ਕੰਮ ਸੀ, ਤੇ ਪੰਜਾਬੀ ਵਿੱਚ ਜਾਂ ਉਰਦੂ 'ਚ? ਉਰਦੂ ਦੇ ਵਿੱਚ, ਠੀਕ ਹੈ। ਉਹਦੇ ਤੋਂ ਬਾਅਦ ਫਿਰ ਆਪਣਾ ਸੋਹਣੀ ਧਰਤੀ ਵੱਲ ਆ ਗਏ। ਫਿਰ ਸੋਹਣੀ ਧਰਤੀ ਦੇ ਨਾਲ ਜਿਹੜਾ ਸੀ ਅਜ਼ਾਰ ਕਾਜ਼ੀ ਫਿਲਮ ਐਕਟਰ ਸੀ, ਉਹਨਾਂ ਨਾਲ ਵੀ ਸੀਗਾ। ਹੁਣ ਜਿਹੜਾ ਸੋਹਣੀ ਧਰਤੀ ਦੇ ਵਿੱਚ ਗਯੂਰ ਅਖਤਰ, ਅਬਾਸ ਨਜਮੀ, ਹੋਰ ਜਿਹੜੇ ਉਸ ਵੇਲੇ ਸੀਨੀਅਰ ਲੋਕ ਸੀ, ਉਹਨਾਂ ਸਾਰਿਆਂ ਦਾ ਉੱਠਣਾ। ਤੁਹਾਨੂੰ ਪਤਾ ਪਹਿਲੇ ਨਿਜ਼ਾਮਦੀਨ ਤੋਂ ਸ਼ੁਰੂ ਹੋਇਆ। ਸਾਡੇ ਲਈ ਬੜੀ ਆਨਰ ਦੀ ਗੱਲ ਸੀ ਕਿ ਨਿਜ਼ਾਮਦੀਨ ਵਰਗੇ ਲੀਜੈਂਡ ਪਰਸਨੈਲਿਟੀ ਨੇ ਜਿਸ ਪ੍ਰੋਗਰਾਮ 'ਚ ਆ ਕੇ ਬਹਿੰਦੀ ਸੀ। ਫਿਰ ਇੰਡੀਅਨ ਇੱਕ ਐਕਟਰ ਹੈ ਓਮ ਪ੍ਰਕਾਸ਼, ਜਿਹੜਾ ਸ਼ਰਾਬੀ ਦੇ ਵਿੱਚ ਅਮਿਤਾਭ ਬੱਚਨ ਦੇ ਨਾਲ ਹੁੰਦੇ ਨੇ, ਠੀਕ ਹੈ। ਉਹ ਵੀ ਨਿਜ਼ਾਮਦੀਨ ਦੇ ਨਾਲ ਇਸੇ ਪ੍ਰੋਗਰਾਮ 'ਚ ਆਉਂਦੇ ਰਹੇ ਨੇ, ਠੀਕ ਹੈ। ਤੇ ਸਾਨੂੰ ਬੜਾ ਇਜ਼ਾਜ਼ ਲੱਗਦਾ ਸੀ ਕਿ ਅਸੀਂ ਉਹਨਾਂ ਹੀ ਜਗ੍ਹਾ ਦੇ ਉੱਤੇ, ਉਹਨਾਂ ਹੀ ਕਮਰਿਆਂ ਤੇ, ਉਹਨਾਂ ਹੀ ਮਾਈਕ ਦੇ ਅੱਗੇ ਬੈਠ ਕੇ ਅਸੀਂ ਪ੍ਰੋਗਰਾਮ ਕਰਦੇ ਹਾਂ ਔਰ ਲੋਕ ਸਾਨੂੰ ਸੁਣ ਰਹੇ ਨੇ। ਵੇਖੋ ਜੀ, ਜਿਹੜਾ ਨਾ ਰੇਡੀਓ ਇੱਕ ਐਸਾ ਚੈਨਲ ਸੀ ਜਿਹਦੇ ਉੱਤੇ ਮੁਆਸ਼ਰੇ ਦੀ ਹਰ ਚੀਜ਼ ਨੂੰ ਡਿਸਕਸ ਕੀਤਾ ਜਾਂਦਾ ਸੀ, ਲੋਕਾਂ ਦੀ ਇਸਲਾਹ ਵਾਸਤੇ। ਕੋਈ ਵੀ ਮਸਲਾ ਹੁੰਦਾ ਸੀ ਉਹਦੀ ਤਸ਼ਰੀਹ ਵਾਸਤੇ, ਔਰ ਫਿਰ ਉੱਥੇ ਬਹਿ ਕੇ ਉਹ ਗੱਲਾਂ ਕਰਦੇ ਸਨ ਜਿਹੜੀਆਂ ਸਾਡੇ ਮੁਆਸ਼ਰੇ ਦੀਆਂ ਓਰੀਜਨਲ ਗੱਲਾਂ ਹੁੰਦੀਆਂ ਸਨ। ਸਰ, ਰੇਡੀਓ ਇੱਕ ਦੌਰ ਦੇ ਵਿੱਚ ਮਤਲਬ ਸਭ ਲੋਕਾਂ ਦਾ ਇੱਕ ਤਰਬੀਅਤੀ ਅਦਾਰਾ ਸੀ। ਬੇਸ਼ੱਕ
ਅਸੀਂ ਬਚਪਨ ਤੋਂ ਰੇਡੀਓ ਪਾਕਿਸਤਾਨ ਦੇ ਬੱਚਿਆਂ ਦਾ ਪ੍ਰੋਗਰਾਮ ਸੁਣਦੇ ਸਾਂ, ਰੇਡੀਓ ਦਾ ਅਸੀਂ ਡਰਾਮਾ ਸੁਣਦੇ ਸਾਂ, ਰੇਡੀਓ ਦੇ ਅਸੀਂ ਮੁਖਤਲਿਫ ਟਾਕ ਸ਼ੋਅ ਸੁਣਦੇ ਸਾਂ, ਖਬਰਾਂ ਸੁਣਦੇ ਸਾਂ। ਅਤੇ ਜਿਹੜਾ ਲਫ਼ਜ਼ ਬੋਲਣਾ, ਲਫ਼ਜ਼ਾਂ ਦਾ ਤਲੱਫਜ਼ ਜਿਹੜਾ ਹੈਗਾ ਹੈ ਜੀ, ਉਹ ਅਸੀਂ ਜ਼ਿਆਦਾ ਸਿੱਖਿਆ ਹੀ ਰੇਡੀਓ ਤੋਂ ਹੈ। ਔਰ ਮਤਲਬ ਅੱਜ ਦੇ ਦੌਰ ਦਾ ਤੁਸੀਂ FM ਰੇਡੀਓ ਸੁਣ ਲਓ, ਬੱਚੇ ਜਿਹੜੇ ਉੱਥੇ ਬੋਲ ਰਹੇ ਨੇ ਉਹ ਅੱਧੀ ਅੰਗਰੇਜ਼ੀ, ਅੱਧੀ ਉਰਦੂ, ਅੱਧੀ ਪੰਜਾਬੀ, ਅੱਧੀ ਅੰਗਰੇਜ਼ੀ, ਉਹਨਾਂ ਦਾ ਤਲਫਜ਼ ਹੀ ਨਹੀਂ ਹੈਗਾ ਉਹ ਪੰਜਾਬੀ ਦਾ। ਜਿਹੜਾ ਅਸਲ ਸਾਡਾ ਪੰਜਾਬੀ ਦਾ ਜਿਹਨੂੰ ਕਹਿੰਦੇ ਨੇ ਸਕਾਫਤ ਹੈ, ਵਸੇਬ ਹੈ, ਉੱਠਣ ਬੈਠਣ ਹੈ, ਕਲਚਰ ਹੈ, ਉਹ ਅੱਜ ਦੇ ਜਿਹੜਾ ਮੀਡੀਆ ਦੇ ਵਿੱਚ ਉਹ ਚੀਜ਼ ਉਸ ਤਰ੍ਹਾਂ ਨਹੀਂ ਆ ਰਹੀ। ਜਿਹੜਾ ਪੰਜਾਬੀ ਦਰਬਾਰ ਸੀ ਨਾ, ਉਹ ਇੰਝ ਸੀ ਕਿ ਜਿਵੇਂ ਤੁਹਾਡੀ ਜਿਹੜੀ ਰਹਿਤਲ ਹੈ ਨਾ, ਉਹ ਸਾਡੀ ਇੱਕ ਰਹਿਤਲ ਦਾ ਪ੍ਰੋਗਰਾਮ ਸੀ। ਪੰਜਾਬੀ ਦਰਬਾਰ ਤੇ ਹੋਰ ਉਹਦੇ ਤੋਂ ਇੱਕ ਅੱਗੇ ਦੀ ਸੀ ਨਾ, ਸੋਹਣੀ ਧਰਤੀ, ਸੌਰੀ ਸੋਹਣੀ ਧਰਤੀ ਦੀ ਮੈਂ ਗੱਲ। ਅੱਛਾ, ਸੋਹਣੀ ਧਰਤੀ ਨਾਲ ਤੁਹਾਨੂੰ ਮਜ਼ੇ ਦੀ ਗੱਲ ਸੁਣਾਵਾਂ। ਸੋਹਣੀ ਧਰਤੀ ਦਾ ਨਾਂ ਪਹਿਲਾਂ ਸੀ, ਅਸੀਂ ਬਚਪਨ ਚ ਸੁਣਦੇ ਜਮਹੂਰ ਦੀ ਆਵਾਜ਼। ਜਮਹੂਰ ਦੀ ਆਵਾਜ਼, ਬਿਲਕੁਲ। ਫਿਰ ਸੋਹਣੀ ਧਰਤੀ ਹੋ ਗਿਆ। ਕਿਉਂ ਹੋਇਆ? ਹਾਂਜੀ, ਇਹ ਮਜ਼ੇ ਦੀ ਗੱਲ ਹੈ ਕਿ ਜਿਸ ਵੇਲੇ ਭੁੱਟੋ ਦਾ ਅਵਾਮੀ ਦੌਰ ਸੀ ਸਾਰਾ, ਉਸ ਵੇਲੇ ਉਹਦਾ ਨਾਂ ਸੀ ਜਮਹੂਰ ਦੀ ਆਵਾਜ਼। ਤੇ ਜਦੋਂ ਪਾਕਿਸਤਾਨ ਤੋਂ ਮਾਰਸ਼ਲ ਆ ਗਿਆ, ਜਮਹੂਰੀਅਤ ਖਤਮ ਹੋ ਗਈ, ਤੇ ਫਿਰ ਜਮਹੂਰ ਦਾ ਲਫ਼ਜ਼ ਨਹੀਂ ਚੱਲਣ ਦੇਣਾ ਸੀ, ਫਿਰ ਸੋਹਣੀ ਧਰਤੀ ਹੋ ਗਿਆ। ਇਹ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈ। ਅੱਛਾ, ਇਹ ਜਿਹੜਾ ਸੋਹਣੀ ਧਰਤੀ ਹੁੰਦਾ ਸੀ ਨਾ, ਇਹਦੇ ਵਿੱਚ ਸਾਡੇ ਰੋਜ਼ਮਰਾ ਦੇ ਇਸਤੇਮਾਲ ਹੋਣ ਵਾਲੇ ਫਿਕਰੇ, ਮਸਾਲਾ ਉਹ ਸਾਰੀਆਂ ਦਿੱਤੀਆਂ ਜਾਂਦੀਆਂ। ਜਿੰਨੇ ਪੰਜਾਬੀ ਦੇ ਅਖਾਣ ਸਨ ਜੀ, ਅਖਾਣ ਸਨ, ਉਹ ਸਾਰੇ। ਹਾਂ, ਉਹ ਚੌਧਰੀ ਸਾਹਿਬ ਦਾ ਕਰੈਕਟਰ ਸੀ, ਨਿਜ਼ਾਮਦੀਨ ਸਾਹਿਬ ਸਨ, ਤੇ ਉਹ ਤਾਂ ਸਰ ਪੰਜਾਬ ਦੀ ਜਿਹੜੀ ਉਹ ਪੁਰਾਣੀਆਂ ਪੰਚਾਇਤਾਂ ਤੇ ਪੰਜਾਬ ਦੀਆਂ ਜਿਹੜਾ ਉੱਠਣ ਬਹਿਣ ਸੀ, ਉਹਨੂੰ ਲੈ ਕੇ ਉਹ ਆਉਂਦੇ ਸਨ। ਤੇ ਪਹਿਲਾਂ ਪੰਜਾਬ ਦਾ ਜਿਹੜਾ ਦਿਹਾਤੀ ਜ਼ਿੰਦਗੀ ਸੀ ਨਾ, ਉਹ ਸਾਡੇ ਸਿਨੇਮਾ ਸਕਰੀਨ ਤੇ, ਉਹ ਸਾਡੇ ਰੇਡੀਓ ਤੇ, ਸਾਡੀ TV ਤੇ ਡੋਮੀਨੇਟ ਕਰਦੇ ਸੀ। ਜੀ, ਬਿਲਕੁਲ। ਤੁਹਾਨੂੰ ਯਾਦ ਹੋਏਗਾ, ਕਿਉਂਕਿ ਮੈਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸੁਣਦਾ ਰਿਹਾ ਵਾਂ। ਕਿਉਂਕਿ ਉਦੋਂ ਸੁਣਨ ਦਾ ਦੌਰ ਜ਼ਿਆਦਾ ਸੀ, ਤੇ ਜਿਹੜੇ ਨਿਜ਼ਾਮਦੀਨ ਸਾਹਿਬ ਸਨ ਨਾ, ਇਹ ਗੱਲਾਂ ਦੇ ਵਿੱਚ ਇਸ ਤਰੀਕੇ ਨਾਲ ਬੰਦੇ ਨੂੰ ਸਮਝਾ ਜਾਂਦੇ ਸਨ ਨਾ, ਉਹ ਕਿਸੇ ਨੂੰ ਵੀ ਅਗਰ ਕੋਈ ਗੱਲ ਕਰਨੀ ਹੁੰਦੀ ਸੀ ਨਾ, ਤੇ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਤਰੀਕੇ ਨਾਲ, ਮੈਨੂੰ ਇੱਕ ਯਾਦ ਆ ਗਿਆ, ਉਹਨਾਂ ਦਾ ਇੱਕ ਲਤੀਫਾ ਉਹਨਾਂ ਨੇ ਸੁਣਾਇਆ ਸੀ। ਉਹ ਲਤੀਫੇ ਬੜੇ ਸੁਣਾਉਂਦੇ ਹੁੰਦੇ ਸਨ। ਹਾਂਜੀ, ਉਹਨਾਂ ਨੂੰ ਪਤਾ ਨਹੀਂ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਤੇ ਲਤੀਫੇ ਯਾਦ ਸਨ। ਉਹਨਾਂ ਨੇ ਇੱਕ ਵਾਰੀ ਲਤੀਫਾ ਸੁਣਾਇਆ ਕਿ ਇੱਕ ਮਰਾਸੀ ਨੇ ਟੈਲੀਫੋਨ ਕੀਤਾ, ਉਹ ਵੀ ਮੇਰੇ ਘਰ ਦੇ ਅੱਗੇ ਕੁੱਤਾ ਮਰ ਗਿਆ, ਮਿਊਨਿਸਪਲ ਕਮੇਟੀ ਵਾਲਿਆਂ ਕਿ ਮੇਰੇ ਘਰ ਦੇ ਅੱਗੇ ਕੁੱਤਾ ਮਰ ਗਿਆ ਤੇ ਉਹ ਆਣ ਕੇ ਚੁੱਕ ਕੇ ਲੈ ਜਾਵੋ। ਉਹ ਜਿਹੜਾ ਕੋਈ ਅੱਗੇ ਮਿਊਨਿਸਪਲ ਕਮੇਟੀ ਵਾਲਾ ਬੰਦਾ ਸੀ, ਉਹ ਹਵਾਦਾਰ ਹੀ ਬੈਠਾ ਸੀ। ਉਹਨੇ ਕਿਹਾ, ਯਾਰ ਇਹ ਤੇ ਟੋਇਆ ਕੱਢ ਕੇ ਨੱਪ ਦੇ। ਉਹ ਮਰਾਸੀ ਕਹਿੰਦਾ, ਯਾਰ ਮੈਂ ਤੇ ਟੋਇਆ ਕੱਢ ਕੇ ਨੱਪਣ ਲੱਗਿਆ ਸਾਂ। ਮੈਂ ਫਿਰ ਆਖਿਆ ਕਿ ਮੈਂ ਉਹਨਾਂ ਦੇ ਪੁੱਤਰਾਂ ਨੂੰ ਤਲਾਹ ਕਰਦਾ, ਆਪਣੇ ਪਿਓ ਦਾ ਮੂੰਹ ਵੇਖ ਲੈਣ, ਮੈਂ ਤਾਂ ਨੱਪ ਹੀ ਦੇਣਾ ਹੈ। ਯਾਨੀ ਕਿ ਉਹਨਾਂ ਦੀ ਗੱਲਬਾਤ ਦੇ ਵਿੱਚ ਕੋਈ ਨਾ ਕੋਈ ਪੈਗਾਮ ਵੀ ਹੁੰਦਾ ਸੀ। ਸਾਰੇ ਪੈਗਾਮ ਹੁੰਦਾ ਸੀ। ਬਲਕਿ ਮੈਂ ਤੁਹਾਨੂੰ ਕਹਾਂ ਕਿ ਪੰਜਾਬ ਦੇ ਵਿੱਚ, ਪੰਜਾਬੀ ਰੇਡੀਓ 'ਚ, ਪੰਜਾਬੀ ਟੈਲੀਵਿਜ਼ਨ 'ਚ, ਪੰਜਾਬੀ ਸਿਨੇਮਾ ਦੇ ਵਿੱਚ, ਜਿਹਨੂੰ ਇੱਕ ਅਸੀਂ ਕਹਿੰਦੇ ਹਾਂ ਨਾ ਜੁਗਤ ਮਾਰਨਾ, ਫਿਕਰਾ ਕੱਸਣਾ, ਉਹਦਾ ਬਾਨੀ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ ਨਾ, ਉਹ ਨਿਜ਼ਾਮਦੀਨ ਹੈ। ਜੀ ਬਿਲਕੁਲ, ਠੀਕ ਹੈ। ਅੱਛਾ, ਆਪਣੀ ਉਸ ਜੁਗਤ ਨੂੰ, ਉਸ ਫਿਕਰੇ ਨੂੰ, ਅਖਾਣ ਦੇ ਬੈਕ ਤੇ ਫਿਰ ਜਿਹੜੀ ਸਟੋਰੀ ਹੁੰਦੀ ਸੀ, ਇੱਕ ਤਾਂ ਉਹ ਸੁਣਾਉਂਦੇ ਸਨ, ਨੰਬਰ 2 ਉਹਦੇ ਨਾਲ ਹੋਰ ਕੁਝ ਸਟੋਰੀਆਂ ਜੋੜ ਕੇ ਵੀ ਜਿਹੜਾ ਉਹਨੂੰ ਉਹ ਜਿੰਨਾ ਦਿਲਚਸਪ ਬਣਾਉਂਦੇ ਸਨ ਕਿ ਲੋਕੀ ਜਿੰਨੇ ਸੁਣਨ ਵਾਲੇ ਸਨ ਉਹਨਾਂ ਦੀ ਗੁਫ਼ਤਗੂ ਸੁਣਨ ਦੇ ਲਈ ਹੀ ਬੈਠਦੇ ਸਨ। ਬਿਲਕੁਲ ਇਸੇ ਤਰ੍ਹਾਂ ਵੇਖੋ ਜੀ, ਅੱਜ ਅਸੀਂ ਉਹਨਾਂ ਦੇ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ ਨਾ, ਤੇ ਉਹ ਇੱਕ ਅਖਾਣ ਕਹਿੰਦੇ ਹੁੰਦੇ ਸਨ ਕਿ ਤਵਾ ਹੋਵੇ ਥਿੰਦਾ ਤੇ ਰੋਟੀ ਸੜੇ ਕਿਉਂ, ਤੇ ਪੁੱਤਰ ਹੋਵੇ ਚੰਗਾ ਤੇ ਨੌ ਲੜੇ ਕਿਉਂ। ਉਹਨਾਂ ਦੀ ਵੇਖੋ ਨਾ, ਗੱਲਬਾਤ ਦੇ ਵਿੱਚ ਉਹਨਾਂ ਨੇ ਗੱਲਾਂ ਦੇ ਵਿੱਚ ਹੀ ਜਿਹੜਾ ਨਾ ਅਖਾਣ ਹੀ ਉਹਨਾਂ ਨੇ ਐਸਾ ਕਹਿਣਾ। ਉਹ ਸਾਰਾ ਇੱਕ ਦਿਨ ਉਹ ਕਹਿੰਦੇ ਨੇ ਕਿ ਇੱਕ ਬੰਦਾ ਛੋਟੇ ਜਿਹੇ ਕੱਦ ਦਾ, ਮੈਂ ਬੈਠਾ ਤੇ ਟ੍ਰੇਨ 'ਚ ਆ ਗਿਆ ਹੈ, ਉਹ ਟ੍ਰੇਨ 'ਚ ਆ ਗਿਆ ਤੇ ਮੈਂ ਉਹਨੂੰ ਕਿਹਾ ਹੈਗਾ, ਪੁੱਛਿਆ, ਉਹ ਭਾਈ ਉਹ ਤੂੰ ਕਿੱਥੋਂ ਦਾ ਰਹਿਣ ਵਾਲਾ ਹੈਗਾ? ਉਹ ਕਹਿੰਦਾ ਜੀ ਮੈਂ ਮਧਰਿਆਂ ਵਾਲੇ ਦਾ। ਹਾਂਜੀ ਹੈ, ਤੇ ਕਹਿੰਦਾ ਤੇਰੇ ਪਿਓ ਕਿੱਥੇ ਦਾ ਰਹਿਣ ਵਾਲਾ ਸੀ? ਉਹ ਛੋਟੂਵਾਲ ਦਾ ਰਹਿਣ ਵਾਲਾ ਸੀ। ਉਹ ਮੈਂ ਉਹਨੂੰ ਕਿਹਾ, ਫਿਟੇ ਮੂੰਹ ਤੁਹਾਡਾ ਸਾਰਾ ਖਾਨਦਾਨ ਜਿਹੜਾ ਹੈਗਾ ਹੈ, ਉਹ ਪੂਰਾ ਟੱਬਰ ਜ਼ਮੀਨ 'ਚ ਹੀ ਵੜ ਗਏ।
ਉਹ ਕਹਿੰਦਾ ਉਹ ਮੈਨੂੰ ਕੁਰਸੀ ਦੇ ਉੱਤੇ ਬੈਠਾ ਇੰਜ ਲੱਗਾ ਜਿੱਦਾਂ ਪਾਵੇ ਤੇ ਬਟੇਰਾ ਬੈਠਾ ਹੁੰਦਾ ਹੈ। ਠੀਕ ਹੈ, ਉਹਨਾਂ ਦਾ ਸਟਾਈਲ ਸੀ ਗੱਲ ਕਰਨ। ਫਿਰ ਉਹ ਹੀਰ ਵਾਰਿਸ ਸ਼ਾਹ ਤੇ ਕਹਿ ਲੈਣ, ਹਾਂਜੀ ਉਹ ਮਿਰਜ਼ਾ ਸਾਹਿਬਾਂ ਤੇ ਗੱਲ ਕਰ ਲੈਣ, ਉਹ ਕਸ਼ਫਲ ਮਹਿਜੂਬ ਤੇ ਗੱਲ ਕਰ ਲੈਣ, ਉਹ ਰੂਹਾਨੀਅਤ ਦੇ ਕਿਸੇ ਪਹਿਲੂ ਤੇ ਗੱਲ ਕਰ ਲੈਣ, ਉਹ ਸਿਆਸਤ ਤੇ ਗੱਲ ਕਰ ਲੈਣ। ਬਲਕਿ ਉਹ ਆਉਂਦੇ ਹੀ ਸ਼ੁਰੂ ਹੁੰਦੇ ਸਨ ਕਿ ਯਾਰ ਮੈਂ ਅੱਜ ਘਰੋਂ ਨਿਕਲਿਆ, ਸੜਕ ਤੇ ਮੈਂ ਦੇਖਿਆ ਚੌਂਕ 'ਚ ਟ੍ਰੈਫਿਕ ਫਸੀ ਹੋਈ ਸੀ, ਅੱਗੇ ਇਹ ਚੱਲ ਰਿਹਾ ਸੀ, ਇੱਧਰ ਇਹ ਹੋ ਰਿਹਾ ਸੀ। ਉਹ ਇੱਕ ਮਤਲਬ ਉਹ ਸੁਸਾਇਟੀ ਦੀ ਜਿਹੜੀ ਉਸ ਵੇਲੇ ਦੀ ਸਹੀ ਰਿਫਲੈਕਸ਼ਨ ਸੀ, ਆਇਨਾ ਸੀ, ਸ਼ੀਸ਼ਾ ਸੀ, ਉਹ ਦਿਖਾਉਂਦੇ ਸਨ। ਲੇਕਿਨ ਉਹ ਜਿਹੜਾ ਉਹ ਨਸ਼ਤਰ ਵੀ ਚਲਾਉਂਦੇ ਸਨ ਨਾ, ਉਹ ਇੰਜ ਚਲਾਉਂਦੇ ਸਨ ਕਿ ਮਰੀਜ਼ ਨੂੰ ਤਕਲੀਫ ਵੀ ਨਾ ਹੋਵੇ ਤੇ ਇਲਾਜ ਵੀ ਹੋ ਜਾਏ। ਮੈਨੂੰ ਨਾ ਤੁਹਾਡੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਯਾਦ ਆ ਗਈ ਕਿ ਉਹਨਾਂ ਦਾ ਇੱਕ ਵਾਰੀ ਮੈਂ ਪ੍ਰੋਗਰਾਮ ਸੁਣਿਆ ਤੇ ਉਦੋਂ ਕੀ ਕਰਦੇ ਹੁੰਦੇ ਸਨ ਕਿ ਲੋਕੀ ਇਹ ਜਿਹੜੇ ਹੁੰਦੇ ਨਹੀਂ ਗਲੂਰੇ ਕੁੱਤੇ, ਹਾਂਜੀ, ਉਹ ਕੁੱਤਿਆਂ ਦੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ, ਇਹ ਨਕਲੀ ਗੁਲਟੇਰੀਏ ਬਣਾ ਕੇ ਤੇ ਵੇਚਦੇ ਹੁੰਦੇ ਸਨ। ਵੇਚਦੇ ਕਿਵੇਂ ਸਨ ਕਿ ਆ ਜਿਹੜੀ ਚੌਲਾਂ ਦੀ ਪਿੱਛ ਹੈ ਨਾ, ਹਾਂ, ਇਹਨੂੰ ਪਿੱਛ ਨੂੰ ਉਹਦੇ ਕੰਨਾਂ ਦੇ ਨਾਲ ਲਾ ਦੇਣਾ ਤੇ ਉਹਦੇ ਕੰਨ ਖੜੇ ਹੋ ਜਾਣਗੇ। ਉਹ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਇੱਕ ਜਾ ਕੇ ਮੈਂ ਗੱਡੀ ਦੀ ਬ੍ਰੇਕ ਮਾਰੀ ਤੇ ਇੱਕ ਬੰਦਾ ਭੱਜ ਕੇ ਆ ਗਿਆ, ਉਹਨੇ 2-3 ਕੁੱਛੜ ਕੁੱਤੇ ਚੁੱਕੇ ਸਨ ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਯਾਰ ਆ ਤੂੰ ਕੰਨ ਧੋ ਕੇ ਦੇ ਤੇ ਮੈਂ ਕਿ ਇਹਨਾਂ ਨੂੰ ਗੁਲਟੇਰੀਆ ਸਮਝ ਕੇ ਲੈ ਲੈਣਾ ਵਾ। ਉਹ ਮੁਆਸ਼ਰੇ ਦਾ ਕੋਈ ਵੀ ਪਹਿਲੂ ਹੁੰਦਾ ਸੀ ਨਾ, ਚਾਹੇ ਉਹ ਫਰੂਟ ਫਰੋਸ਼ ਹੁੰਦਾ ਸੀ, ਚਾਹੇ ਉਹ ਦੁੱਧ ਵਿੱਚ ਪਾਣੀ ਪਾਉਣ ਵਾਲਾ ਹੁੰਦਾ ਸੀ, ਜਾਂ ਉਹ ਕੋਈ ਵੀ ਮਿਲਾਵਟ ਕਰਨ ਵਾਲਾ ਹੁੰਦਾ ਸੀ, ਉਹ ਹਰ ਬੰਦੇ ਨੂੰ ਉਜਾਗਰ ਕਰਦੇ ਸਨ। ਉਹ ਜਿਹੜਾ ਉਹਨਾਂ ਦਾ ਤਰੀਕਾ ਵਾਰਦਾਤ ਹੁੰਦਾ ਸੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਸਨ ਤੇ ਇਹਦੇ ਨਾਲ ਹੀ ਜਿਹੜਾ ਨਾ ਉਹ ਲੋਕਾਂ ਦੀ ਜਿਹੜੀ ਮਾਲੂਮਾਤ ਸੀ ਨਾ ਉਹਦੇ ਵਿੱਚ ਇਜ਼ਾਫਾ ਹੁੰਦਾ ਸੀ। ਲੋਕੀ ਬੜਾ ਸ਼ੌਕ ਰੱਖਦੇ ਸਨ। ਇਹਨਾਂ ਦੇ ਨਾਲ ਇੱਕ ਹੋਰ ਹੁੰਦੇ ਸਨ, ਉਹ ਵੀ ਇੱਕ ਸਮਝੋ ਕਿ ਬਹੁਤ ਵੱਡੀ ਕਿਤਾਬ ਸਨ, ਹਾਂਜੀ, ਉਹਨਾਂ ਦਾ ਨਾਮ ਸੀ ਅਸਗਰ ਮਲਕ, ਹਾਂਜੀ, ਠੀਕ ਹੈ। ਉਹ ਇੱਕ ਪ੍ਰੋਗਰਾਮ ਕਰਦੇ ਸਨ ਜਿੱਥੇ ਤੇਰੇ ਹਾਲ ਵਗਦੇ, ਹਾਂਜੀ, ਜਿੱਥੇ ਤੇਰੇ ਹਾਲ ਵਗਦੇ, ਬਿਲਕੁਲ ਠੀਕ ਹੈ। ਔਰ ਕੁਛ ਬਾਜ਼ਾਰ ਦੇ ਵਿੱਚ ਤੁਹਾਨੂੰ ਕਦੇ ਸੁਣਨ ਦਾ ਮੌਕਾ ਮਿਲੇ, ਆਡੀਓ ਕੈਸੇਟਸ ਨੇ ਮਿਲਦੇ ਨਿਜ਼ਾਮਦੀਨ ਦੇ, ਉਹ ਅਸਗਰ ਮਲਕ ਤੇ ਨਿਜ਼ਾਮਦੀਨ ਦੀ ਗੁਫ਼ਤਗੂ ਦੇ ਹੈਗੇ ਨੇ। ਜੀ ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਨੇ ਇੰਟਰਵਿਊ ਕੀਤੇ, ਉਹਨਾਂ ਦੇ ਇੰਟਰਵਿਊ ਕੀਤੇ ਨੇ। ਅੱਛਾ, ਉਹ ਵੀ ਬਰਾਬਰ ਦੀ ਜੋੜੀ ਸੀ, ਹਾਂਜੀ, ਠੀਕ ਹੈ। ਤੇ ਨਿਜ਼ਾਮਦੀਨ ਨਾਲ ਤਾਂ ਅਸੀਂ ਮੁਲਾਕਾਤ ਨਹੀਂ ਕਰ ਪਾਏ। ਮੈਂ ਜਦੋਂ ਲਾਹੌਰ ਆਇਆ, ਮੈਂ ਕਿਉਂਕਿ 85 'ਚ ਲਾਹੌਰ ਆਇਆ ਸਾਂ, ਉਦੋਂ ਤੱਕ ਉਹਨਾਂ ਦੀ ਰਹਿਲਤ ਹੋ ਚੁੱਕੀ ਸੀ, ਠੀਕ ਹੈ। ਅੱਛਾ, ਲੇਕਿਨ ਜਰਨਲਿਜ਼ਮ ਦਾ ਇੱਕ ਸਾਨੂੰ ਜਿਹੜਾ ਫਾਇਦਾ ਹੋਇਆ ਨਾ, ਅਸੀਂ ਜਿਹੜਾ ਫੈਸਲਾਬਾਦ ਵਰਗੇ ਛੋਟੇ, ਉਸ ਵੇਲੇ ਛੋਟੇ ਸ਼ਹਿਰ ਸੀ, ਉੱਥੇ ਬਹਿ ਕੇ ਡਰੀਮ ਕਰਦੇ ਸਾਂ, ਯਾਰ ਅਹਿਮਦ ਨਦੀਮ ਕਾਸਮੀ, ਨਿਜ਼ਾਮਦੀਨ, ਫਲਾਂ ਵੱਡੀ ਸ਼ਖਸੀਅਤ। ਇੱਥੇ ਜਰਨਲਿਜ਼ਮ 'ਚ ਆਉਣ ਦੇ ਨਾਲ ਨਾ ਉਹਨਾਂ ਸ਼ਖਸੀਅਤ ਨੂੰ ਨਾ ਸਿਰਫ ਮੁਲਾਕਾਤ ਔਰ ਮਿਲਣ ਦਾ ਮੌਕਾ ਮਿਲਿਆ, ਬਲਕਿ ਬਹੁਤ ਸਾਰੀਆਂ ਵੱਡੀ ਸ਼ਖਸੀਅਤ ਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ, ਜਿਨ੍ਹਾਂ ਨੂੰ ਅਸੀਂ ਤਸੱਵਰ ਵੀ ਨਹੀਂ ਕਰ ਸਕਦੇ ਅਸੀਂ ਕਦੇ ਇਹਨਾਂ ਨੂੰ ਅਸੀਂ ਦੇਖ ਵੀ ਪਾਵਾਂਗੇ। ਅਸੀਂ ਨਾ ਸਿਰਫ ਦੇਖਿਆ, ਮਿਲਿਆ, ਬੈਠੇ ਉਹਨਾਂ 'ਚ ਅਸ਼ਫਾਕ ਅਹਿਮਦ ਸਾਹਿਬ, ਅਹਿਮਦ ਨਦੀਮ ਕਾਸਮੀ ਸਾਹਿਬ, ਅਹਿਮਦ ਫਰਾਜ਼ ਸਾਹਿਬ। ਅਸ਼ਫਾਕ ਸਾਹਿਬ ਵੀ ਪ੍ਰੋਗਰਾਮ ਕਰਦੇ ਹੁੰਦੇ ਸਨ ਰੇਡੀਓ ਤੇ, ਉਹਨਾਂ ਦਾ ਹੁੰਦਾ ਸੀ ਤਲਕੀਨ ਸ਼ਾਹ ਹੁੰਦਾ ਸੀ, ਠੀਕ ਹੈ। ਤਲਕੀਨ ਸ਼ਾਹ ਇੱਕ ਬਹੁਤ ਆਲਾ ਪ੍ਰੋਗਰਾਮ ਸੀ। ਅਤਰ ਸ਼ਾਹ ਖਾਨ ਜੇਦੀ ਅਜ਼ੀਮ ਸਰਵਰ ਨਾਲ ਪ੍ਰੋਗਰਾਮ ਕਰਦੇ, ਉਹ ਕਰਾਚੀ ਤੋਂ ਸਨ, ਹਾਂਜੀ, ਕਰਾਚੀ ਤੋਂ, ਮਗਰ ਉਰਦੂ ਦਾ ਪ੍ਰੋਗਰਾਮ ਉਹਨਾਂ ਦਾ, ਉਰਦੂ ਦਾ ਪ੍ਰੋਗਰਾਮ ਸੀ। ਮਿਸਟਰ ਜੇਦੀ ਬੜਾ ਉਹਨਾਂ ਦਾ, ਉਹ ਵੀ ਪਪੂਲਰ ਹੋਇਆ ਸੀ ਪ੍ਰੋਗਰਾਮ। ਤੇ ਸਰ ਉਹ 15 ਸਾਲ ਤੱਕ ਨਾ ਫਿਰ ਇਹਦਾ ਰੇਡੀਓ ਦਾ, ਫਿਰ ਟੀਵੀ ਲਈ ਕੁਝ ਡਾਕੂਮੈਂਟਰੀ ਲਿਖਣ ਦਾ ਸਿਲਸਿਲਾ ਸ਼ੁਰੂ ਕੀਤਾ, ਟੀਵੀ ਦਾ ਵੀ ਕੁਝ ਐਕਸਪੀਰੀਅੰਸ ਹੋਇਆ। ਫਿਰ ਮੈਂ ਨੌ ਵਕਤ ਤੱਕ 15 ਸਾਲ ਤੱਕ ਮੇਰੀ ਵਬਸਤਗੀ ਰਹੀ। ਉਹ ਫਿਰ ਇੱਕ ਲੰਬੀ ਦਾਸਤਾਨ, ਇਹਦੇ ਵਿੱਚ ਕਈ ਕਹਾਣੀਆਂ ਆਉਂਦੀਆਂ ਨੇ, ਤੇ ਲੇਕਿਨ ਮੈਂ 2005 ਦੇ ਵਿੱਚ ਜਿਹੜਾ ਹੈਗਾ ਨਾ ਉਹਨੂੰ ਛੱਡਿਆ ਤੇ ਫਿਰ ਮੈਂ ਆਪਣਾ ਮੈਗਜ਼ੀਨ ਸ਼ੁਰੂ ਕੀਤਾ। ਆਪਣਾ ਮੈਗਜ਼ੀਨ ਦਾ ਨਾਮ ਹੈ ਰੱਖਿਆ ਹੈਲੋ, ਉਰਦੂ ਦਾ, ਤੇ ਉਹ ਮੰਥਲੀ ਪਰਚਾ ਸੀ ਤੇ ਉਹਦੇ ਵਿੱਚ ਮੈਂ ਕੋਈ 1.5 ਸਾਲ ਕੀਤਾ। ਉਹ ਦੇਖਣ ਤੇ ਪੜ੍ਹਨ ਦੇ ਹਵਾਲੇ ਨਾਲ ਤੇ ਬਹੁਤ ਅੱਛਾ ਪਰਚਾ ਸੀ। ਮੈਨੂੰ ਸਟਾਲ ਦੀ ਮੇਰੀ ਕਦੇ ਕੋਈ ਕਾਪੀ ਵਾਪਸ ਨਹੀਂ ਆਈ ਸੀ, ਠੀਕ ਹੈ। ਲੇਕਿਨ ਮੈਨੂੰ ਜਿਹੜੀ ਮੈਂ ਇਨਵੈਸਟਮੈਂਟ ਕਰਦਾ ਸੀ ਉਹ ਕਦੇ ਪੈਸੇ ਵੀ ਪੂਰੇ ਨਹੀਂ ਸੀ ਹੋਏ, ਠੀਕ ਹੈ। ਸ਼ੌਕ ਹੀ ਪੂਰਾ ਹੁੰਦਾ ਸੀ ਉਹ, ਕਿਉਂਕਿ ਉਹ ਮੈਨੂੰ ਇਸ਼ਤਿਹਾਰ ਨਹੀਂ ਉਹਨੇ ਮਿਲਦੇ ਸਨ, ਠੀਕ ਹੈ। ਇਸ਼ਤਿਹਾਰਾਂ ਤੋਂ ਬਗੈਰ ਕੋਈ ਪਰਚਾ ਨਹੀਂ ਚੱਲਦਾ, ਠੀਕ ਹੈ। ਤੇ ਉਹ ਇਸ਼ਤਿਹਾਰ ਜਿੰਨੇ ਕੁ ਮਿਲਦੇ ਸਨ ਉਹ ਵੀ ਪੈਸੇ ਟੁੱਟ ਕੇ ਮਿਲਦੇ ਸਨ, ਥੋੜ੍ਹੇ ਕਰਕੇ। ਲਿਹਾਜ਼ਾ ਮੈਂ 1.5 ਸਾਲ ਤੋਂ ਬਾਅਦ ਮੈਂ ਜਿਹਨੇ ਪੈਸਿਆਂ ਨਾਲ ਆਪਣਾ ਘਰ ਬਣਾਉਣਾ ਸੀ ਨਾ, ਮੈਂ ਉਹਦੇ 'ਤੇ ਸਾਰੇ ਖਰਚ ਕਰਕੇ, ਜ਼ਾਇਆ ਕਰਕੇ, ਤੇ ਮੈਂ
ਮਜ਼ੀਦ 2-3 ਸਾਲ ਬੇਰੁਜ਼ਗਾਰੀ ਦੇ ਦੇਖ ਕੇ ਤੇ ਫਿਰ ਮੈਂ ਇੱਕ ਟੈਲੀਵਿਜ਼ਨ ਚੈਨਲ ਜੁਆਇਨ ਕਰ ਲਿਆ। ਅੱਲਾ ਦਾ ਸ਼ੁਕਰ ਹੈ ਉੱਥੇ ਵੀ ਮੈਂ ਮਤਲਬ ਅੱਛੀ ਪੋਜੀਸ਼ਨ 'ਚ ਕੰਮ ਕੀਤਾ। ਉਹਦੇ ਤੋਂ ਬਾਅਦ ਫਿਰ ਮੈਂ ਆਪਣਾ ਨਈ ਬਾਤ ਨਿਊਜ਼ਪੇਪਰ ਚਲਾ ਗਿਆ। ਇਹਨਾਂ ਦੇ ਨਾਲ ਕੋਈ 4 ਸਾਲ ਕੰਮ ਕੀਤਾ। 4 ਸਾਲ ਤੋਂ ਬਾਅਦ ਫਿਰ ਮੈਂ ਛੱਡ ਕੇ ਓਵਰਸੀਜ਼ ਚਲਾ ਗਿਆ। ਓਵਰਸੀਜ਼ 'ਚ ਵੀ ਜਾ ਕੇ ਮੈਂ ਆਪਣਾ ਉਹੀ ਹੈਲੋ ਮੈਗਜ਼ੀਨ ਸ਼ੁਰੂ ਕੀਤਾ ਦੁਬਾਰਾ। ਹਾਂ, ਉਹ ਅੱਛਾ ਚੱਲ ਰਿਹਾ ਸੀ, ਲੇਕਿਨ ਉਸ ਦੌਰਾਨ ਨਾਲ ਫਿਰ ਇੱਕ ਹਾਦਸਾ ਹੋਇਆ ਜਿਹਦੀ ਵਜ੍ਹਾ ਨਾਲ ਮੈਨੂੰ ਵਾਪਸ ਆਉਣਾ ਪਿਆ। ਹਾਦਸੇ ਤੋਂ ਬਾਅਦ ਇੱਕ ਰੋਡ ਐਕਸੀਡੈਂਟ ਸੀ ਜੀ, ਅਤੇ ਉਹ ਫਿਰ ਅੰਡਰ ਟ੍ਰੀਟਮੈਂਟ ਕੋਈ 1.5 ਸਾਲ ਮੈਂ ਰਿਹਾ। ਉਹਦੇ ਤੋਂ ਬਾਅਦ ਫਿਰ ਕਰੋਨਾ ਆ ਗਿਆ, ਕਰੋਨਾ ਨੂੰ ਵੀ ਫੇਸ ਕੀਤਾ। ਫਿਰ ਕਰੋਨਾ ਦੇ ਵਜ੍ਹਾ ਤੋਂ ਕੋਈ 2.5-3 ਸਾਲ ਦਾ ਐਸਾ ਅਰਸਾ ਸੀ ਜਦੋਂ ਇੰਟਰਨੈਸ਼ਨਲ ਰਾਬਤੇ ਹੀ ਖਤਮ ਹੋ ਗਏ, ਫਲਾਈਟਾਂ ਹੀ ਆਉਣੀਆਂ ਸ਼ੁਰੂ ਬੰਦ ਹੋ ਗਈਆਂ। ਅਤੇ ਉਹ ਫਿਰ ਜਿਹੜਾ ਮੇਰੇ ਉੱਥੇ ਜਿਹੜੀ ਇਨਵੈਸਟਮੈਂਟ ਸੀ, ਸਾਰਾ ਮਸਾਇਲ ਸੀ, ਉਹ ਵੀ ਖਤਮ ਹੋ ਗਏ। ਅਤੇ ਫਿਰ ਅਸੀਂ ਉਸ ਦਿਨ ਤੋਂ ਬਾਅਦ ਉਹ ਜਦੋਂ ਤੁਸੀਂ ਇੱਕ ਆਜ਼ਾਦੀ ਦਾ ਸਾਹ ਲੈ ਲਿਆ ਹੋਵੇ ਨਾ, ਤੇ ਫਿਰ ਪਿੰਜਰੇ 'ਚ ਜਾਣ ਨੂੰ ਦੁਬਾਰਾ ਦਿਲ ਨਹੀਂ ਕਰਦਾ। ਤੇ ਅਖਬਾਰ ਦੇ ਦਫ਼ਤਰ 'ਚ ਮੈਨੂੰ ਜਾਣਾ ਇੰਝ ਹੀ ਹੈਗਾ, ਮੈਂ ਜਿਵੇਂ ਪਿੰਜਰੇ 'ਚ ਫਿਰ ਵਾਪਸ ਚਲਾ ਜਾਵਾਂਗਾ। ਠੀਕ ਹੈ। ਤੇ ਕਈ ਵਾਰੀ ਤਾਂ ਇੱਕ ਦੌਰ ਹੁੰਦਾ ਬੰਦੇ ਨੂੰ ਜਿਹੜਾ ਪੰਛੀ ਨੂੰ ਪਿੰਜਰੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹਨੂੰ ਬਾਹਰ ਕੱਢੋ ਫਿਰ ਪਿੰਜਰੇ 'ਚ ਜਾਂਦਾ ਉਹ ਬਾਹਰੋਂ। ਲੇਕਿਨ ਜਦੋਂ ਤੁਹਾਨੂੰ ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਅਰਸਾ ਰੱਖੋ ਫਿਰ ਉੱਡਣਾ ਸ਼ੁਰੂ ਕਰ ਦਿੰਦਾ, ਨਿਕਲ ਜਾਂਦਾ। ਅਤੇ ਸਾਨੂੰ ਜ਼ਿਆਦਾ ਅਰਸਾ ਹੋ ਗਿਆ, 5-7 ਸਾਲ ਗੁਜ਼ਾਰ ਲਏ। ਅਤੇ ਹੁਣ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੀ ਨਾ, ਮੈਂ ذاتی ਤੌਰ 'ਤੇ ਫਿਰ ਮੈਂ ਕਿਸੇ ਅਦਾਰੇ ਨੂੰ ਜੁਆਇਨ ਨਹੀਂ ਕੀਤਾ। ਕਿਤਾਬਾਂ ਲਿਖਣ ਦਾ ਕੁਛ ਕੰਮ ਹੈਗਾ। ਪਿਛਲੇ ਸਾਲ ਮੇਰੀ ਕਿਤਾਬ ਮਾਰਕੀਟ ਆਈ ਸੀ। ਇੱਕ ਹੋਰ ਮੈਂ ਕਿਸੇ ਨੂੰ ਐਡਿਟ ਕਰਕੇ ਦਿੱਤੀ ਸੀ। ਕੁਛ ਕਿਤਾਬਾਂ ਐਸੀਆਂ ਨੇ ਕਿ ਜਿਹੜੀਆਂ ਆਪਣੇ ਨਾਂ ਤੋਂ ਛਪਦੀਆਂ ਨੇ, ਅਤੇ ਕੁਛ ਕਿਤਾਬਾਂ ਐਸੇ ਵੀ ਤੁਹਾਡੇ ਕੰਮ ਹੁੰਦੇ ਨੇ ਜਿਹੜਾ ਤੁਸੀਂ ਰੋਟੀ ਰੋਜ਼ਗਾਰ ਦੀ ਖਾਤਰ ਕਰਦੇ ਹੋ, ਲੇਕਿਨ ਤੁਹਾਡੇ ਨਾਮ ਦੇ ਨਾਲ ਨਹੀਂ, ਤੁਹਾਡਾ ਕਲਮ ਜਿਹੜਾ ਹੈ ਉਹ ਚੱਲ ਰਿਹਾ ਹੁੰਦਾ। ਅਤੇ ਬਹਰਹਾਲ ਇਹ ਸਾਰੀ ਵਬਸਗੀ ਰਹੀ ਹੈ। ਫਿਰ YouTube ਚੈਨਲ ਸ਼ੁਰੂ ਕੀਤਾ। ਅਤੇ YouTube ਚੈਨਲ ਦਾ ਅਸਲ ਦੇ ਵਿੱਚ ਹੈਗਾ ਕਿ ਮੈਂ ਆਪਣੇ ਹੈਲਥ ਇਸ਼ੂ ਦੀ ਵਜ੍ਹਾ ਤੋਂ ਨਾ ਉਹਨੂੰ ਓਨਾ ਰੈਗੂਲਰ ਨਹੀਂ ਕਰ ਪਾਇਆ। ਨੰਬਰ 3, ਉਸ ਤਰ੍ਹਾਂ ਦੀ ਇੱਕ ਹਮਾਹੰਗੀ ਵਾਲੀ ਜਿਹੜੀ ਹੁੰਦੀ ਨਾ, ਜਿਸ 'ਚ ਜ਼ੇਨ ਇੱਕੋ ਜਿਹਾ ਹੋਵੇ, ਉਸ ਤਰ੍ਹਾਂ ਦੀ ਟੀਮ ਵੀ ਨਹੀਂ ਬਣ ਸਕੀ। ਉਹ ਸਿੰਗਲ ਬੰਦਾ ਹੋਣ ਦੀ ਵਜ੍ਹਾ ਤੋਂ ਵੀ ਜਿਹੜਾ ਹੈਗਾ ਨਾ, ਉਹ ਮੇਰੀ ਉਹਦੇ 'ਤੇ ਸਪੀਡ ਸਲੋ ਰਹੀ ਹੈ, ਜਿਹਦੇ ਨਾਲ ਮੈਂ ਉਹ ਕਾਮਯਾਬੀ ਨਹੀਂ ਉਹਦੇ 'ਚ ਮੇਰੀ ਹੋਈ ਕਿ ਜਿਹੜੀ ਸਹਾਫਤੀ ਵਾਲੇ ਨਾਲ ਜਾਂ ਅਖਬਾਰ ਦੇ ਹਵਾਲੇ ਦੇ ਨਾਲ ਸੀ। ਅਤੇ ਲੇਕਿਨ ਬਹਰਹਾਲ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਮਸਰੂਫੀਅਤ ਰਹਿੰਦੀ ਹੈ। ਅਤੇ ਇਹ ਸਹਾਫਤ ਦੇ ਵਿੱਚ ਮੇਰਾ ਜਿਹੜਾ ਹੈਗਾ ਉਹ ਸਿਆਸਤ ਦੇ ਨਾਲ ਵੀ ਰਹੀ ਹੈ ਵਬਸਤਗੀ, ਸ਼ੋਬਿਜ਼ ਦੇ ਨਾਲ ਵੀ ਰਹੀ ਹੈ, ਅਤੇ ਸਮਾਜੀ ਜ਼ਿੰਦਗੀ ਦੇ ਜਿੰਨੇ ਵੀ ਪਹਿਲੂ ਹੈਗੇ ਨੇ ਉਹ ਸਾਰਿਆਂ ਦੇ ਵਿੱਚ ਰਾਬਤਾ ਰਿਹਾ ਹੈ। ਮਕਸੂਦ ਗੌਹਰ ਸਾਹਿਬ ਇਹ ਦੱਸਣਗੇ ਕਿ ਜਿਸ ਵੇਲੇ ਇੰਡੀਆ ਤੋਂ ਜਿਹੜੇ ਬਜ਼ੁਰਗ ਨੇ ਮੁਹਾਜਰ ਪਾਕਿਸਤਾਨ ਬਣਿਆ ਅਤੇ ਪਾਕਿਸਤਾਨ ਆਏ, ਕਿਸ ਜ਼ਿਲ੍ਹੇ ਦੇ ਵਿੱਚੋਂ ਆਏ? ਕੋਈ ਤਹਿਸੀਲ, ਜ਼ਿਲ੍ਹਾ ਕੋਈ? ਉਹ ਸਾਡੀ ਹੁਸ਼ਿਆਰਪੁਰ ਸੀ। ਜ਼ਿਲ੍ਹਾ ਹੁਸ਼ਿਆਰਪੁਰ? ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਸੀ, ਮੈਂ ਨਾਂ ਉਹਦਾ ਇਸ ਵੇਲੇ ਭੁੱਲ ਰਿਹਾ ਵਾਂ। ਅਤੇ ਉੱਥੋਂ ਸੀ। ਪਰ ਮੇਰੇ ਵਾਲਿਦ ਸਾਹਿਬ ਜਿਹੜੇ ਸਨ ਨਾ, ਅਸਲ ਦੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਫੌਜ ਦੇ ਵਿੱਚ ਸਨ। ਠੀਕ ਹੋ ਗਿਆ। ਬ੍ਰਿਟਿਸ਼ ਆਰਮੀ ਦੇ ਵਿੱਚ ਸਨ। ਅਤੇ ਉਹਦੇ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਆਰਮੀ ਤਾਂ ਤਕਰੀਬਨ ਬ੍ਰਿਟਿਸ਼ ਆਰਮੀ ਛੱਡ ਚੁੱਕੇ ਸਨ। ਅਤੇ ਉਹ ਫਿਰ ਆਪਣੀ ਫੈਮਿਲੀ ਦੇ ਨਾਲ ਸਾਰੇ ਆ ਗਏ। ਜਿਸ ਵੇਲੇ ਪਾਕਿਸਤਾਨ ਬਣਿਆ ਫਿਰ ਪਾਕਿਸਤਾਨ ਹੀ ਪਾਕਿਸਤਾਨ ਸ਼ਿਫਟ ਹੋਏ। ਅਤੇ ਸਿੱਧੇ ਫੈਸਲਾਬਾਦ ਗਏ। ਉਹ ਫੈਸਲਾਬਾਦ ਵਿੱਚ ਹੋਏ। ਫੈਸਲਾਬਾਦ ਤੋਂ ਕਦੇ ਸ਼ੇਖੂਪੁਰਾ ਚਲੇ ਗਏ, ਕਦੇ ਖਾਨੇਵਾਲ ਚਲੇ ਗਏ, ਕਦੇ ਸਮੁੰਦਰੀ ਚਲੇ ਗਏ। ਮੁਖਤਲਿਫ ਜਗ੍ਹਾ 'ਤੇ ਜਿੱਥੇ ਜਿੱਥੇ ਰੋਜ਼ਗਾਰ ਦੇ ਮੌਕੇ ਸਨ ਉਹਨਾਂ ਲਈ, ਉਹ ਉੱਥੇ ਹੁੰਦੇ ਰਹੇ। ਅਤੇ ਮੈਂ ਬਾਈ ਬਰਥ ਜਿਹੜਾ ਹੈਗਾ, ਮੈਂ ਫੈਸਲਾਬਾਦ ਤੋਂ ਹੈਗਾ। ਅਤੇ ਫੈਸਲਾਬਾਦ ਹੀ ਜਿਹੜਾ ਹੈਗਾ ਹੈ, ਉਹ ਅੱਜ ਵੀ ਮੈਂ ਜਾਵਾਂ ਅਤੇ ਮੈਨੂੰ ਉਹ ਅਨਸੀਅਤ ਹੁੰਦੀ ਹੈ ਕਿ ਅੱਛਾ ਯਾਰ ਮੇਰਾ ਬਚਪਨ ਇੱਥੇ ਗੁਜ਼ਰਿਆ, ਸਕੂਲਿੰਗ ਹੋਈ ਹੈ। ਅਤੇ ਅੱਜ ਵੀ ਜਿਹੜੇ ਉਹ ਪ੍ਰਾਇਮਰੀ ਸਕੂਲ ਦੇ ਵੀ, ਅੱਗੇ ਕਾਲਜ ਲਾਈਫ ਦੇ ਵੀ, ਅਤੇ ਸਹਾਫਤੀ ਜ਼ਿੰਦਗੀ ਦੀ ਇਬਤਦਾਈ ਦੌਰ ਦੀਆਂ ਵੀ ਸਾਰੀਆਂ ਤਾਲਕ ਦੋਸਤੀਆਂ ਉਹ ਉੱਥੇ ਮੌਜੂਦ ਨੇ। ਬਿਲਕੁਲ। ਉਹ ਜਿਹੜਾ ਬੰਦੇ ਦੀ ਜਿਹੜੀ ਜੰਮਣ ਭਾਵ ਹੁੰਦੀ ਹੈ ਨਾ, ਉਹ ਬੰਦੇ ਨੂੰ ਨਹੀਂ ਭੁੱਲਦੀ, ਨਹੀਂ ਭੁੱਲਦੀ। ਔਰ ਪਿਆਰੇ ਦੋਸਤੋ, ਅੱਜ ਜਿਨ੍ਹਾਂ ਦੇ ਨਾਲ ਅਸੀਂ ਗੁਫ਼ਤਗੂ ਕਰਦੇ ਸਾਂ, ਜਨਾਬ ਮਕਸੂਦ ਗੌਹਰ ਸਾਹਿਬ।
ਔਰ ਇਹਨਾਂ ਨਾਲ ਬਹੁਤ ਚੰਗੀ ਗੁਫ਼ਤਗੂ ਹੋਈ, ਇਹਨਾਂ ਦੇ ਨਾਲ ਮੁਲਾਕਾਤ ਵੀ ਹੋਈ। ਮੈਂ ਤੁਹਾਡਾ ਸ਼ੁਕਰੀਆ ਵੀ ਅਦਾ ਕਰਦਾ ਹਾਂ ਕਿ ਤੁਸੀਂ ਪੰਜਾਬੀ ਦਾ ਦਰਬਾਰ ਨੂੰ ਟਾਈਮ ਦਿੱਤਾ। ਸਰ ਜੀ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੰਨੀ ਦੂਰੋਂ ਆਏ ਹੋ ਤੇ ਸਾਨੂੰ ਕੀ ਕਹਿੰਦੇ ਹੋ ਮੌਕਾ ਦਿੱਤਾ ਹੈ ਗੱਪਸ਼ਪ ਕਰਨ ਦਾ। ਤੇ ਜਨਾਬ ਅਗਰ ਤੁਸੀਂ ਵੀ ਕਿਸੇ ਵੀ ਸ਼ੋਬੇ ਦੇ ਨਾਲ ਤਲਕ ਰੱਖਦੇ ਹੋ, ਤੁਸੀਂ ਕਲਮਕਾਰ ਹੋ, ਤੁਸੀਂ ਅਦਾਕਾਰ ਹੋ, ਤੁਸੀਂ ਸਦਾਕਾਰ ਹੋ, ਤੁਸੀਂ ਗੁਲੂਕਾਰ ਹੋ ਔਰ ਆਪਣੇ ਕੋਲ ਕੋਈ ਕਹਾਣੀ ਰੱਖਦੇ ਹੋ ਸਾਡੇ ਨਾਲ, ਦੋਸਤਾਂ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਸਾਡਾ ਪਲੇਟਫਾਰਮ ਹਾਜ਼ਰ ਹੈ। ਅਲੀ ਅਸਗਰ ਤਾਜ ਨੂੰ ਇਹਦੇ ਨਾਲ ਇਜਾਜ਼ਤ ਦਿਓ। ਫਿਰ ਕਿਸੇ ਨਵੇਂ ਵਲੌਗ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅਸਲਾਮ ਅਲੈਕਮ।